ਸਭ ਤੋਂ ਪਹਿਲਾਂ ਤਾਂ ਥੈਂਕ ਯੂ ਭਾਜੀ ਦਾ ਵੀ ਇਹਨਾਂ ਨੇ ਇੰਨਾ ਸੈਂਸਿਟਿਵ ਮੁੱਦਾ ਲਿਆ ਉਹ ਇਸ ਮੁੱਦੇ 'ਚ ਇਹਨਾਂ ਨੇ ਮੈਨੂੰ ਮੌਕਾ ਦਿੱਤਾ ਵੀ ਮੈਂ ਤੁਹਾਡੇ ਸਾਰਿਆਂ ਰੂਬਰੂ ਹੋ ਸਕਾਂ ਔਰ ਆਪਣੇ ਵਿਚਾਰ ਇਸ ਟੌਪਿਕ 'ਤੇ ਪੇਸ਼ ਕਰ ਸਕਾਂ। ਔਰ ਆਈ ਥਿੰਕ ਬਟ ਉਸ ਤੋਂ ਵੱਡੀ ਗੱਲ ਇਹ ਕਿ ਮੈਨੂੰ ਚੰਗਾ ਲੱਗਾ ਕਿ ਭਾਈ ਸਾਹਿਬ ਨੇ ਇੱਕ ਐਸਾ ਸੋਸ਼ਲ ਇਸ਼ੂ ਉਠਾਇਆ, ਐਸਾ ਇੱਕ ਸੋਸ਼ਲ ਮੁੱਦਾ ਲਿਆ ਜਿੱਦਾਂ ਭਾਜੀ ਨੇ ਵੀ ਕਿਹਾ ਵੀ ਅਸੀਂ ਗੱਲ ਨਹੀਂ ਕਰਦੇ। ਸਾਨੂੰ ਸਾਰਿਆਂ ਨੂੰ ਲੱਗਦਾ ਵੀ ਕਿਧਰੇ ਨਾ ਕਿਧਰੇ ਇਹ ਹੋ ਰਿਹਾ, ਪਰ ਮੈਂ ਕਬੂਤਰ ਵਾਕਣ ਅੱਖਾਂ ਬੰਦ ਕਰਕੇ ਬੈਠ ਚੁੱਕਾ। ਸ਼ਾਇਦ ਬਿੱਲੀ ਦੀ ਹੋਂਦ ਤੋਂ ਮੈਂ ਮੁਨਕਰ ਗਿਆ, ਮੈਂ ਮੰਨ ਲਿਆ ਵੀ ਇਹ ਚੀਜ਼ ਨੂੰ ਮੈਂ ਹੋਣ ਦੇਣਾ। ਬਟ ਇਟਸ ਅ ਗੁੱਡ ਥਿੰਗ ਵੀ ਜਦੋਂ ਸਾਡੇ ਜਿਹੜੇ ਯੰਗ ਬੰਦੇ ਨੇ when the youth comes up and they try to highlight these issues through movies and what not, ਤੇ ਅਗਰ ਅਸੀਂ ਇਸ ਮੁੱਦੇ ਨੂੰ ਜਿੰਨਾ ਹਾਈਲਾਈਟ ਕਰਦੇ ਰਹਾਂਗੇ ਕਿਧਰੇ ਨਾ ਕਿਧਰੇ ਹੋ ਸਕਦਾ ਵੀ ਲੋਕਾਂ ਦੀ ਜਿਹੜੀ ਰੂਹ ਹੈ ਉਹ ਜਾਗੇਗੀ। ਇੱਥੇ ਸਲਾਈਡ 'ਤੇ ਲਿਖਿਆ ਤੁਸੀਂ ਪੜ੍ਹ ਸਕਦੇ ਹੋ, ਪਰ ਮੇਰੀ ਸਟੋਰੀ ਦੇ ਨਾਲ ਕੁਝ ਹੋਰ ਜੁੜੀ ਹੋਈ ਸੀ। ਜਦੋਂ ਭਾਜੀ ਨੇ ਮੈਨੂੰ ਕਿਹਾ ਤੁਸੀਂ ਪ੍ਰੈਜੈਂਟੇਸ਼ਨ ਬਣਾਓ ਤਾਂ ਮੈਂ ਪ੍ਰੈਜੈਂਟੇਸ਼ਨ ਤਾਂ ਬਣਾ ਲਈ, ਕਿਉਂਕਿ ਉਹ ਤਾਂ ਸ਼ਾਇਦ ਦਿਮਾਗ ਦਾ ਵਿਸ਼ਾ ਸੀ, ਦਿਮਾਗ ਨੇ ਉਹ ਪ੍ਰੈਜੈਂਟੇਸ਼ਨ ਬਣਾ ਲਈ। ਅਤੇ ਕੱਲ੍ਹ ਮੈਂ ਸ਼ਾਮ ਵੇਲੇ ਆਪਣੀ ਵਾਈਫ ਨਾਲ ਗੱਲ ਕਰ ਰਿਹਾ ਸੀ ਕਿ ਪ੍ਰੈਜੈਂਟੇਸ਼ਨ ਤਾਂ ਬਣ ਗਈ, ਪਰ ਆਪਾਂ ਸ਼ੁਰੂ ਕਿੱਥੋਂ ਕਰਨੀ ਹੈ। ਉਹ ਮੇਰੇ ਕੋਲ ਸਟਾਰਟਿੰਗ ਵਾਲੇ ਥਾਟਸ ਨਹੀਂ ਸੀ ਆ ਰਹੇ। ਅਤੇ ਕੱਲ੍ਹ ਮੈਂ ਕਿਧਰੇ ਹਾਊਸ ਵਾਰਮਿੰਗ 'ਤੇ ਗਿਆ ਅਤੇ ਉੱਥੇ ਮੈਂ ਸਟੋਰੀ ਲਿਖੀ ਵੀ ਜੋ ਮੈਨੂੰ ਫੀਲ ਹੋਇਆ ਅਤੇ ਜੋ ਕੁੜੀ ਨਾਲ ਮੇਰਾ ਕਨੈਕਸ਼ਨ ਬਣਿਆ। ਪਰ ਜੋ ਗੱਲ ਮੈਂ ਇੱਥੇ ਨਹੀਂ ਲਿਖੀ ਹੋਏਗੀ ਕਿ ਸ਼ਾਇਦ ਇੱਕ ਕੁੜੀ ਨੇ ਮੈਨੂੰ ਦੱਸਿਆ ਵੀ ਪ੍ਰੀਤ ਸਿੰਘ ਜਿਹੜੀ ਤੂੰ ਪ੍ਰੈਜੈਂਟੇਸ਼ਨ ਕਰਨ ਚੱਲਿਆ ਨਾ ਉਹਨੂੰ ਦਿਮਾਗ ਨਾਲ ਲੱਗੇ, ਕਿਉਂਕਿ ਇਹ ਮੁੱਦਾ ਦਿਲ ਦਾ, ਕਿਉਂਕਿ ਜਿਹੜੇ ਸਾਡੇ ਦਿਲ ਨੇ ਉਹ ਬੇਈਮਾਨ ਹੋ ਚੁੱਕੇ ਨੇ। ਕਿਉਂਕਿ ਜਦੋਂ ਸਾਡਾ ਦਿਲ ਬੇਈਮਾਨ ਹੋ ਜਾਂਦਾ ਤਾਂ ਸਾਡੀ ਸੁਸਾਇਟੀ ਇੱਥੇ ਪਹੁੰਚ ਜਾਂਦੀ। ਸੋ ਮੈਨੂੰ ਉਸ ਕੁੜੀ ਤੋਂ ਉਹਨੇ ਬਿਨਾਂ ਕੁਝ ਕਹੇ, ਮੈਂ ਇੰਨੇ ਦਿਨ ਤੋਂ ਸੋਚ ਰਿਹਾ ਸੀ ਪ੍ਰੈਜੈਂਟੇਸ਼ਨ ਸ਼ੁਰੂ ਕਿਵੇਂ ਕਰਨੀ ਹੈ, ਅਤੇ ਇਸ ਕੁੜੀ ਨੇ ਇਸ ਚੀਜ਼ ਤੋਂ ਮੈਨੂੰ ਬਿਨਾਂ ਬੋਲੇ ਜਾਂ ਦੱਸਦਾ ਵੀ ਤੂੰ ਕਿਉਂਕਿ ਦਿਮਾਗ ਤੋਂ ਸੋਚ ਰਿਹਾ ਕਿ ਤੇਰੇ ਕੋਲ ਆਨਸਰ ਨਹੀਂ ਆ ਸਕਦਾ। ਸ਼ਾਇਦ ਇਸੇ ਲਈ ਮੈਂ ਆਪਣੀ ਵਾਈਫ ਨਾਲ ਵੀ ਗੱਲ ਕਰ ਰਿਹਾ ਸੀ, ਕਿਉਂਕਿ ਮੈਨੂੰ ਪਤਾ ਸੀ ਕਿਉਂਕਿ ਇਹ ਜਿਹੜਾ ਮੁੱਦਾ ਇਹ ਫੀਮੇਲ ਨਾਲ ਜੁੜਿਆ। ਜਿਹੜਾ ਮੇਰਾ ਮੇਲ ਪਰਸਪੈਕਟਿਵ ਹੈ ਆਈ ਕੈਨ ਪੁੱਟ ਇਨਟੂ ਡਾਕੂਮੈਂਟੇਸ਼ਨ ਦਾ ਮੇਲ ਪਰਸਪੈਕਟਿਵ, ਬਟ ਇਹ ਫੀਲਿੰਗਸ ਨੇ ਉਹ ਫੀਮੇਲ ਕੋਲ ਨੇ ਇਸ ਮੁੱਦੇ ਨੂੰ ਲੈ ਕੇ। ਤਾਂ ਇੱਕ ਛੋਟੀ ਬੱਚੀ ਨੇ ਮੈਨੂੰ ਆਈਡੀਆ ਦਿੱਤਾ ਵੀ ਇਹ ਜਿਹੜੀ ਸਟੋਰੀ ਹੈ ਐਕਚੁਅਲੀ ਹਰ ਇੱਕ ਲੇਡੀ ਦੀ ਸਟੋਰੀ ਹੈ, ਅਤੇ ਇਹ ਸਟੋਰੀ ਅੱਜ ਦੀ ਨਹੀਂ ਹੈ, ਇਹ ਸਟੋਰੀ ਜਿਹੜੀ ਹੈ ਬੜੀ ਪੁਰਾਣੀ ਹੈ। ਅਸੀਂ ਬੜੀ ਸਦੀਆਂ ਤੋਂ ਹੀ ਇਸ ਵੂਮਨ ਡਿਸਕ੍ਰਿਮੀਨੇਸ਼ਨ ਨੂੰ ਬੜੇ ਵੱਡੇ ਤੌਰ 'ਤੇ, ਮੈਂ ਇਹਨੂੰ ਸਿਰਫ ਇੱਕ ਭਰੂਣ ਹੱਤਿਆ 'ਤੇ ਨਹੀਂ ਫੋਕਸ ਕਰਨਾ ਚਾਹੁੰਦਾ। ਇਹ ਡਿਸਕ੍ਰਿਮੀਨੇਸ਼ਨ ਜਿਹੜੀ ਹੈ ਇਹ ਸਿਰਫ ਹਿੰਦੁਸਤਾਨ ਦੀ ਧਰਤੀ ਤੱਕ ਹੀ ਸੀਮਿਤ ਨਹੀਂ ਸੀ। ਪਹਿਲੀ ਗੱਲ ਟ੍ਰੈਡੀਸ਼ਨਲ ਤੌਰ 'ਤੇ ਇਹ ਪੂਰੀ ਦੁਨੀਆ ਦਾ ਹੀ ਮੁੱਦਾ ਸੀਗਾ। ਔਰ ਜਿਹੜੇ ਮੁੱਦੇ ਸੀ ਜਿਹੜੇ ਅਸੀਂ ਡਿਸਕ੍ਰਿਮੀਨੇਸ਼ਨ ਕਰਦੇ ਆਏ ਔਰਤ ਨਾਲ, ਉਹ ਅਕ੍ਰੋਸ ਆਲ ਥੀਸ ਥਿੰਗਸ, ਅਸੀਂ ਉਹਨਾਂ ਨੂੰ ਕਦੀ ਪਰਸਨਲ ਇੰਡੀਪੈਂਡੈਂਸ ਨਹੀਂ ਦਿੱਤੀ। ਪੁੱਛਿਆ ਹੀ ਨਹੀਂ ਭਾਈ ਸਾਹਿਬ ਵੀ ਭੈਣ ਜੀ ਪੜ੍ਹਨਾ ਕਿੰਨਾ, ਉਹ ਵੀ ਮੈਂ ਦੱਸਣਾ ਕਿ ਤੁਸੀਂ ਪੜ੍ਹਾਈ ਕਿੰਨੀ ਕਰਨੀ, ਤੁਸੀਂ ਫੈਮਿਲੀ ਚੋਇਸਿਸ ਕੀ ਕਰਨੀਆਂ ਨੇ, ਕੁੜੀ ਕਰਨਾ ਕਿ ਮੁੰਡਾ ਕਰਨਾ ਉਹ ਅਸੀਂ ਦੱਸਾਂਗੇ। ਦੂਜੇ ਤੋਂ ਬਾਅਦ ਤੀਜਾ ਬੱਚਾ ਤੁਸੀਂ ਕਰਨਾ ਕਿ ਨਹੀਂ ਕਰਨਾ, ਤੁਹਾਡੀ ਬੋਡੀ ਅਲਾਓ ਕਰਦੀ ਕਿ ਨਹੀਂ ਕਰਦੀ, ਉਹ ਮੈਂ ਦੱਸਾਂਗਾ। ਉਹਨੇ ਕੋਲ ਕੋਈ ਸੋਸ਼ਲ ਫਰੀਡਮ ਨਹੀਂ ਅਸੀਂ ਦਿੱਤੀ, ਐਂਡ ਇਟ ਇਜ਼ ਅਕ੍ਰੋਸ ਦਾ ਗਲੋਬ। ਅਸੀਂ ਕਿਧਰੇ ਇਹਨੂੰ ਇਸ ਗੱਲ 'ਤੇ ਸਮਝ ਨਾ ਲਈਏ ਕਿ ਸਿਰਫ ਹਿੰਦੁਸਤਾਨ ਦੀ ਧਰਤੀ 'ਤੇ ਇੱਦਾਂ ਹੋਇਆ। ਨਾ ਅਸੀਂ ਉਹਨੂੰ ਆਪਸ਼ਨ ਦਿੱਤੀਆਂ ਕਿ ਦੋਸਤੀ ਕਿਹਦੇ ਨਾਲ ਕਰ ਸਕਦੇ ਹੋ, ਨਾ ਉਹਨੂੰ ਰਿਲੀਜੀਅਸ ਫਰੀਡਮ ਦਿੱਤੀ, ਅਤੇ ਨਾ ਅਸੀਂ ਉਹਨੂੰ ਕਿਸੇ ਇਕਨੋਮਿਕ ਰਿਫੋਰਮਸ ਦਾ ਹਿੱਸਾ ਬਣਨ ਦਿੱਤਾ। ਅਤੇ ਸਭ ਤੋਂ ਇੰਪੋਰਟੈਂਟ ਗੱਲ, ਅਸੀਂ ਉਹਨੂੰ ਕਦੇ ਰਾਈਟ ਟੂ ਲਿਵ ਹੀ ਨਹੀਂ ਦਿੱਤਾ। ਇਹ ਕੋਈ ਅੱਜ ਦੀ ਗੱਲ ਨਹੀਂ ਹੈਗੀ, ਇਹ ਸਦੀਆਂ ਤੋਂ ਇੱਦਾਂ ਹੀ ਹੁੰਦਾ ਆ ਰਿਹਾ। ਬਟ ਇਸ ਸਾਰੀ ਕਹਾਣੀ ਦੇ ਵਿੱਚ ਇੱਕ ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਸੀਗੀ ਕਿ ਸਾਰੀ ਦੁਨੀਆ ਦੇ ਵਿੱਚ ਵੂਮਨ ਲਿਬਰਲਾਈਜੇਸ਼ਨ ਇਟ ਕੇਮ ਥਰੂ ਦੀ ਇੰਡਸਟਰੀਅਲ ਰੈਵੋਲੂਸ਼ਨ ਐਂਡ ਥਰੂ ਦੀ ਇਕਨੋਮਿਕ ਰਿਫੋਰਮਸ। ਵੀ ਔਰਤ ਨੂੰ ਲਿਬਰਲ ਕਰਨ ਦਾ ਤਰੀਕਾ ਇਹਨਾਂ ਨੇ ਇੰਡਸਟਰੀਅਲ ਰਿਫੋਰਮਸ ਦੇ ਥਰੂ ਕੱਢਿਆ। ਇਕੁਐਲਿਟੀ ਦਾ ਜਿਹੜਾ ਨਾਰਾ ਦੁਨੀਆ ਦੇ ਵਿੱਚ ਔਰਤ ਲਈ ਲੱਗਿਆ, ਉਹ ਕੇਵਲ ਅਤੇ ਕੇਵਲ ਇਕਨੋਮਿਕ ਰਿਫੋਰਮਸ ਕਰਕੇ ਲੱਗਾ। ਇੱਕ ਹਿੰਦੁਸਤਾਨ ਦੀ ਧਰਤੀ ਇੱਦਾਂ ਦੀ ਸੀਗੀ ਜਿੱਥੇ ਬਰਾਬਰਤਾ ਦਾ ਨਾਰਾ ਸਪਿਰਿਚੁਅਲ ਰਿਫੋਰਮ 'ਚ ਲੱਗਿਆ। ਔਰ ਅੱਜ ਤੋਂ 100 ਸਾਲ ਪਹਿਲੇ ਦੀ ਗੱਲ ਨਹੀਂ ਹੈਗੀ, ਇਹ ਕਹਾਣੀ ਬੜੇ ਸਾਲ ਪਹਿਲੇ ਸ਼ੁਰੂ ਹੋਈ, ਪਰ ਸ਼ਾਇਦ ਅਸੀਂ ਅੱਜ ਉਹਦੇ ਵਾਰਸ ਹੋਣ ਦੇ ਬਾਵਜੂਦ ਅਸੀਂ ਉਹਨੂੰ ਨਹੀਂ ਪਛਾਣ ਪਾ ਰਹੇ, ਤਾਂ ਸ਼ਾਇਦ ਅਸੀਂ ਅੱਜ ਸਾਨੂੰ ਮੂਵੀਜ਼ ਬਣਾਉਣੀ ਪੈ ਰਹੀਆਂ। ਸੋ ਸਾਡੇ ਲਈ ਪਹਿਲੇ ਤਾਂ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਅਸੀਂ ਕਿਸ ਵਿਰਸੇ 'ਚੋਂ ਨਿਕਲ ਕੇ ਆਏ ਹਾਂ ਅਤੇ ਅਸੀਂ ਕਿਸ ਚੀਜ਼ ਨੂੰ ਭੁੱਲੀ ਬੈਠੇ ਹਾਂ। ਔਰ ਇਹ ਸਿਰਫ ਗੱਲ ਮੈਂ ਪੰਜਾਬ ਦੀ ਧਰਤੀ ਦੀ ਨਹੀਂ ਕਰ ਰਿਹਾ, ਇਹ ਜਿਹੜੀ ਸਪਿਰਿਚੁਅਲ ਮੂਵਮੈਂਟ ਚੱਲੀ, ਅਗੇਨ ਮੇਰਾ ਕੋਈ ਹਿਸਟਰੀ ਨਾਲ ਲਿੰਕ ਨਹੀਂ ਹੈਗਾ, ਮੈਂ ਕੋਈ ਹਿਸਟਰੀ ਦਾ ਸਟੂਡੈਂਟ ਨਹੀਂ। ਕੋਈ ਕਹੇਗਾ 14 to 17 ਸੈਂਚੁਰੀ, ਕੋਈ 12 to 17, ਕੋਈ 13 to 17, ਪਰ ਗੱਲ ਇਹ ਨਹੀਂ ਹੈ।
ਜੋ ਗੱਲ ਹੈਗੀ ਕਿ ਸੋਚੋ ਸਿੱਖਣਾ ਕੀ ਸੀ। ਗੱਲ ਹੈਗੀ ਕਿ ਇਹ ਸਾਰੀ ਸਪਿਰਿਚੁਅਲ ਮੂਵਮੈਂਟ ਪੂਰੇ ਹਿੰਦੁਸਤਾਨ 'ਚੋਂ ਨਿਕਲੀ। ਇਹਦੇ ਵਿੱਚ ਭਗਤ ਕਬੀਰ ਵਰਗੇ, ਜੈਦੇਵ ਜੀ, ਰਾਮਾਨੰਦ ਜੀ, ਸਤਨਾ ਜੀ, ਸੈਣ ਜੀ, ਧੰਨਾ ਜੀ ਤੇ ਸਾਡੇ 10 ਪਾਤਸ਼ਾਹੀਆਂ ਗੁਰੂ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ। ਇਹ ਜਦੋਂ ਇਸ ਧਰਤੀ ਤੇ ਆਏ ਤਾਂ ਦੇਖਿਆ ਵੀ ਇਹ ਕੀ ਕਰ ਬੈਠੇ ਸੀ। ਇਹ ਤਾਂ ਸਾਰੀ ਸੁਸਾਇਟੀ ਜਿਹੜੀ ਆ ਉਹ ਕਾਸਟ, ਕਲਰ, ਕ੍ਰੀਡ, ਜੈਂਡਰ, ਰਿਲੀਜਨ, ਜਿਹੜਾ ਰਿਲੀਜਨ ਸਭ ਨੂੰ ਇੱਕ ਕਰਨਾ ਸੀ, ਅਸੀਂ ਇਹਦੇ ਬੇਸ ਤੇ ਸਾਰੀ ਸੁਸਾਇਟੀ ਤੋੜ ਦਿੱਤੀ। ਹੁਣ ਇਹ ਜਦੋਂ ਪਰਮੇਸ਼ਰ ਨਾਲ ਇਕਮਿਕ ਹੋਏ, ਕਿਉਂਕਿ ਧਰਤੀ ਪਰਮੇਸ਼ਰ ਦੀ ਸੀਗੀ, ਉਹ ਜਦੋਂ ਕ੍ਰੀਏਟਰ ਨਾਲ ਬੰਨ ਹੋ ਗਏ, ਉਹਨੂੰ ਸਮਝ ਆਇਆ ਵੀ ਇਹ ਤਾਂ ਇੱਥੇ ਕੁਝ ਹੋਰ ਕਰਨਾ ਇਸ ਸਾਨੂੰ ਤਾਂ ਇੱਕ ਦੂਜੇ ਨੂੰ ਦੇਖਣ ਦਾ, ਇੱਕ ਦੂਜੇ ਨੂੰ ਸਮਝਣ ਦਾ ਤਰੀਕਾ ਕੁਝ ਹੋਰ ਸੀਗਾ। ਸਾਨੂੰ ਤਾਂ ਇੱਥੇ ਕੁਝ ਹੋਰ ਕਰਨ ਭੇਜਿਆ ਸੀ। ਅਸੀਂ ਸਰੀਰਾਂ ਨਾਲ ਜੁੜ ਗਏ। ਜਿਹੜਾ ਕਮਜ਼ੋਰ ਸਰੀਰ ਸੀ ਉਹਨੂੰ ਥੱਲੇ ਦਬਾਉਣਾ ਸ਼ੁਰੂ ਕਰਤਾ, ਜਿਹਦੇ ਕੋਲ ਪੈਸਾ ਘੱਟ ਸੀ ਉਹਨੂੰ ਥੱਲੇ ਦਬਾਤਾ। ਉਹਨਾਂ ਕਿਹਾ ਵੀ ਨਹੀਂ, ਸਾਨੂੰ ਤਾਂ ਜੋ ਮੈਸੇਜ ਆ ਰਿਹਾ ਪਰਮੇਸ਼ਰ ਦਾ ਉਹ ਹੈ ਸਭ ਮੈਂ ਜੋਤ ਜੋਤ ਹੈ ਸਰ। ਉਹਨਾਂ ਨੇ ਗੱਲ ਹੀ ਖਤਮ ਕਰਤੀ। ਉਹਨਾਂ ਨੇ ਕਾਮਨ ਪਲੇਟਫਾਰਮ ਕ੍ਰੀਏਟ ਕਰਤਾ। ਉਹ ਕਹਿੰਦਾ ਵੀ ਇਹ ਤਾਂ ਐਕਚੁਅਲੀ ਸਾਡੇ ਅੰਦਰ ਇੱਕ ਕਾਮਨ ਡਰਾਈਵਿੰਗ ਐਨਰਜੀ ਹੈ। ਉਹ ਭਾਵੇਂ ਬੰਦਾ ਅਫਰੀਕਾ ਬੈਠਾ, ਭਾਵੇਂ ਅਮਰੀਕਾ ਬੈਠਾ, ਭਾਵੇਂ ਗੋਰਾ ਹੈ, ਭਾਵੇਂ ਕਾਲਾ, ਭਾਵੇਂ ਚਿੱਟਾ, ਭਾਵੇਂ ਮਰਦ ਹੈ ਤੇ ਭਾਵੇਂ ਔਰਤ ਹੈ, ਇਹਦੇ ਅੰਦਰ ਐਨਰਜੀ ਤਾਂ ਇੱਕੋ ਹੀ ਚੱਲ ਰਹੀ ਹੈ। ਉਹ ਇੱਥੇ ਤੱਕ ਆ ਕੇ ਕਹਿੰਦੇ ਕਿ ਬਈ ਜੇਤੇ ਦਾਣੇ ਆਣ ਕੇ ਜੀਆਂ ਬਾਜ ਨਾ ਕਰੋ। ਉਹ ਕਹਿੰਦੇ ਵੀ ਇਹ ਤਾਂ ਜਿਹੜੇ ਦਾਣੇ ਵੀ ਨੇ, ਜਿਹੜੀ ਪਲਾਂਟ ਲਾਈਫ ਵੀ ਇਹਦੇ 'ਚ ਸੇਮ ਲਾਈਫ ਚੱਲ ਰਹੀ ਹੈ, ਤੇ ਅਸੀਂ ਇਨਸਾਨਾਂ 'ਚ ਕਿਤੇ ਡਿਸਕ੍ਰਿਮੀਨੇਸ਼ਨ ਸ਼ੁਰੂ ਕਰਤੀ ਤੇ ਕਮਾਲ ਕਰਤੀ। ਉਹਨਾਂ ਫਿਰ ਅੱਗੇ ਕਹਿੰਦੇ ਵੀ ਜਾਣੋ ਜੋਤ ਨੂੰ ਪੁੱਛੋ ਜਾਤੀ, ਜਸਟ ਇਨ ਕੇਸ ਅਗਰ ਕਿਸੇ ਨੂੰ ਉਹ ਸਾਹਮਣੇ ਨਹੀਂ ਪੜਿਆ ਜਾ ਰਿਹਾ ਪੰਜਾਬੀ ਦੇ ਵਿੱਚ। ਕਹਿੰਦੇ ਜਿਹਦੀ ਅਸੀਂ ਜਾਣ ਪਛਾਣ ਕਰਨੀ ਸੀ, ਜਿਸ ਨਾਲ ਅਸੀਂ ਸਾਂਝ ਪਾਣੀ ਸੀਗੀ, ਉਹਦੀ ਜੋਤ ਮਤਲਬ ਵਰਚੂਅਲ ਦੀ ਗੱਲ ਕਰਨੀ ਸੀ, ਅਸੀਂ ਸਰੀਰਾਂ ਦੀ ਗੱਲ ਕਰਨੀ ਸ਼ੁਰੂ ਕਰ। ਕਹਿੰਦੇ ਐਕਚੁਅਲ ਜਿਹੜਾ ਪਰਮੇਸ਼ਰ ਨੇ ਸਾਨੂੰ ਭੇਜਿਆ ਸੀ ਐਜ਼ ਅ ਹਿਊਮਨ, ਉਹ ਅਸੀਂ ਇਸ ਲੈਵਲ ਤੇ ਆ ਕੇ ਗੱਲ ਕਰਨੀ ਸੀ ਵੀ ਦੂਜੇ ਦੇ ਵਰਚੂਅਸ ਕੀ ਨੇ। ਹੁਣ ਪ੍ਰੋਬਲਮ ਇਹ ਆ ਗਈ, ਲੋਕਾਂ ਨੂੰ ਬੜੀ ਵੱਡੀ ਮੈਨੂੰ ਲੱਗਦਾ ਪਰਸਨਲੀ ਇਹ ਲੱਗਦਾ ਕਿ ਸਵਾਲ ਆ ਜਾਣਾ ਵੀ ਜੇ ਗੱਲ ਵਰਚੂਅਸ ਤੇ ਆ ਗਈ ਤਾਂ ਸੋਸਾਇਟੀ ਕਿਵੇਂ ਆਪਰੇਟ ਹੋਏਗੀ, ਸੋਸਾਇਟੀ ਦਾ ਲੈਣ ਦੇਣ ਕਿਵੇਂ ਚੱਲੇਗਾ। ਕਿਉਂਕਿ ਜਿੱਦਾਂ ਦੀ ਸੋਸਾਇਟੀ 'ਚ ਰਹਿੰਦੇ ਹਾਂ ਅਸੀਂ ਉੱਦਾਂ ਦੇ ਕਸਟਮ ਬਣਾ ਲੈਂਦੇ ਹਾਂ। ਜੇ ਮੈਂ ਕੈਪੀਟਲਿਸਟ ਸੋਸਾਇਟੀ ਦੇ ਵਿੱਚ ਰਹਿੰਦਾ ਤੇ ਮੈਂ ਕੈਪੀਟਲਿਸਟ ਡਰਿਵਨ ਰਿਚੁਅਲ ਬਣਾਉਣਾ ਚਾਹੁੰਦਾ। ਜੇ ਮੈਂ ਸੋਸ਼ਲਿਸਟ ਸੋਸਾਇਟੀ ਵਿੱਚ ਰਹਿੰਦਾ ਤਾਂ ਮੈਂ ਸੋਸ਼ਲਿਜ਼ਮ ਡਰਿਵਨ ਕਸਟਮ ਬਣਾਉਣਾ ਚਾਹੁੰਦਾ। ਇਹ ਭਗਤ ਜਨਾਂ ਨੇ, ਗੁਰੂ ਸਾਹਿਬਾਨਾਂ ਨੇ ਜਦੋਂ ਕਾਮਨ ਪਲੇਟਫਾਰਮ ਦੀ ਇੱਕ ਸੁਨੇਹਾ ਦੇ ਦਿੱਤਾ ਕਿ ਜਿਹੜੀ ਗੱਲ ਹੈਗੀ ਉਹ ਸਿਰਫ ਇਨਰ ਕੌਨਸ਼ੀਅਸਨੈਸ ਦੀ ਹੋ ਸਕਦੀ ਹੈ, ਸਰੀਰ ਦੀ ਹੋ ਹੀ ਨਹੀਂ ਸਕਦੀ। ਹੁਣ ਉਹਨਾਂ ਨੇ ਸਾਰੇ ਜਿਹੜੇ ਮੇਰੇ ਸੋਸ਼ਲ ਰਿਚੁਅਲ ਸੀਗੇ ਉਹਨਾਂ ਨੂੰ ਇਸ ਪ੍ਰੇਮ ਦੀ ਭਾਸ਼ਾ 'ਚ ਕਨਵਰਟ ਕਰਨਾ ਸ਼ੁਰੂ ਕਰਤਾ ਵੀ ਐਕਚੁਅਲ 'ਚ ਤੁਹਾਡੇ ਇਹ ਸਾਰੇ ਰਿਚੁਅਲ ਦੇ ਪਿੱਛੇ ਤਰੀਕਾ ਕੀ ਹੋਣਾ ਚਾਹੀਦਾ ਸੀ ਵਰਤਣ। ਅਸੀਂ ਕਿੱਥੇ ਪਹੁੰਚ ਗਏ ਹੁਣ। ਇਹ ਡੇਵੀਏਸ਼ਨ ਮੈਂ ਆਪਣੇ ਅੰਦਰ ਝਾਤ ਮਾਰਨੀ ਹੈ। ਉਹ ਤਾਂ ਅੱਜ ਤੋਂ 500 ਸਾਲ ਪਹਿਲੇ ਕਹਿ ਗਏ ਤੇ ਮੇਰੇ ਕੋਲ ਇੰਨਾ ਸਮਾਂ ਵੀ ਨਹੀਂ ਕਿ ਮੈਂ ਸਾਰੇ ਚੀਜ਼ਾਂ ਦਾ ਐਗਜ਼ਾਮਪਲ ਲਵਾਂ। ਇੱਦਾਂ ਦੇ ਐਗਜ਼ਾਮਪਲ ਸਾਡੇ ਕੋਲ ਥਰੂ ਸਪਿਰਿਚੁਅਲ ਮੂਵਮੈਂਟ ਹਜ਼ਾਰਾਂ ਐਗਜ਼ਾਮਪਲ ਨੇ, ਪਰ ਜਿਹੜੇ ਅੱਜ ਸਾਡੇ ਕੋਲ ਜਿਹੜੇ ਅੱਜ ਦੇ ਲਈ ਇੰਪੋਰਟੈਂਟ ਮੁੱਦੇ ਸੀ ਵੀ ਸਪੈਸ਼ਲੀ ਵੂਮਨ ਵਾਸਤੇ ਉਹਨਾਂ ਨੇ ਕਿੱਦਾਂ ਸਾਡੇ ਰਿਚੁਅਲਸ ਨੂੰ ਜਿਹੜਾ ਸੀਗਾ ਉਹਨਾਂ ਨੇ ਸਾਨੂੰ ਇੱਕ ਨਵੀਂ ਡਾਇਰੈਕਸ਼ਨ ਦੇਣੀ ਸ਼ੁਰੂ ਕੀਤੀ। ਇੱਥੇ ਹੁਣ ਗੱਲ ਕਰ ਰਹੇ ਨੇ ਹਰ ਕਰਮ ਮੇਰੇ ਬਾਬਲਾ ਹਰ ਦੇਵੋ ਦਾਨ ਮੈਂ ਦਾਜੋ। ਦਾਜ ਬੜੀ ਵੱਡੀ ਸਮੱਸਿਆ ਸੀਗੀ, ਅਸੀਂ ਸਾਰੇ ਡੋਰੀ 'ਚ ਫਸੇ ਪਏ ਸੀਗੇ। ਹੁਣ ਗੱਲ ਭਾਵੇਂ ਆਪਣੀ ਕਰ ਰਹੇ ਨੇ, ਉਹ ਕਹਿ ਰਹੇ ਨੇ ਪਰਮੇਸ਼ਰ ਨਾਲ ਮਿਲਣ ਦਾ ਇੱਕ ਤਰੀਕਾ ਹੈ ਕਿ ਮੈਨੂੰ ਦਾਜ ਇਕੱਠਾ ਕਰਨਾ ਪਏਗਾ ਪ੍ਰੇਮ ਦਾ, ਵਰਚੂਜ਼ ਦਾ, ਗੁੱਡ ਕੁਆਲਿਟੀਜ਼ ਦਾ। ਪਰ ਇੰਡੀਕੇਸ਼ਨ ਮੇਰੇ ਵਰਗੇ ਬੰਦੇ ਵੱਲ ਸੀਗੀ ਵੀ ਜਿਹੜਾ ਤੂੰ ਦਾਜ ਲੈਣਾ ਸ਼ੁਰੂ ਕਰਤਾ ਇਹਦਾ ਕੋਈ ਫਾਇਦਾ ਕੀ ਹੈ, ਇਹਨਾਂ ਦੀ ਸੋਸਾਇਟੀ ਦੇ ਵਿੱਚ ਹੋਰ ਕਰਪਸ਼ਨ ਕ੍ਰੀਏਟ ਕਰਨੀ। ਮੇਰੇ ਵੱਲ ਇਸ਼ਾਰਾ ਸੀਗਾ ਕਿ ਵੀ ਮੈਂ ਜਿਹੜਾ ਅਗਰ ਕਿਤੇ ਵਿਆਹ ਕਰਨਾ, ਮੈਂ ਕੁੜੀ ਦੇਖਣ ਚੱਲਿਆ ਤੇ ਮੈਨੂੰ ਕੁੜੀ ਨੂੰ ਦੇਖਣ ਲਈ ਨਜ਼ਰੀਆ ਜਿਹੜਾ ਉਹ ਵਰਚੂਅਸ ਦਾ ਬਣਾਉਣਾ ਪਏਗਾ। ਮੈਨੂੰ ਮਟੀਰੀਅਲਿਸਟਿਕ ਥਾਟ ਤੋਂ ਉੱਠ ਕੇ ਇਹ ਦੇਖਣਾ ਪਏਗਾ ਕਿ ਇਹਦੇ ਨਾਲ ਮੈਂ ਜ਼ਿੰਦਗੀ ਦੇ ਗੋਲਸ ਕਿਵੇਂ ਇਕੱਠੇ ਜਿਹੜਾ ਅਚੀਵ ਕਰ ਸਕਦਾ। ਹੁਣ ਇੰਨਾ ਬਿਊਟੀਫੁਲ ਥਾਟ ਸੀਗਾ ਕਿ ਉਹ ਇੱਕ ਕਾਮਨ ਪਲੇਟਫਾਰਮ ਤੇ ਲਿਆ ਕੇ ਹੁਣ ਸਾਨੂੰ ਉਹਦੀ ਅੰਡਰਸਟੈਂਡਿੰਗ ਦੇ ਰਹੇ ਨੇ ਕਿ ਸਾਡੇ ਜਿਹੜੇ ਨੇ ਰਿਚੁਅਲਸ ਨੇ ਉਹ ਕਿਵੇਂ ਆਉਣਗੇ। ਹੁਣ ਦੂਜੀ ਜਿਹੜੀ ਵੂਮਨ ਦੇ ਨਾਲ ਉਸ ਟਾਈਮ ਤੋਂ ਬੜੀ ਵੱਡੀ ਸਮੱਸਿਆ ਸੀਗੀ ਉਹ ਸੀਗੀ ਸਤੀ ਦੀ। ਤੇ ਜਿਹੜਾ ਅਸੀਂ ਪੜ੍ਹਦੇ ਹਾਂ ਵੀ ਸਤੀਆਂ ਇਹ ਨਾ ਆਖੀਆਂ ਜੋ ਮੜਿਆ ਲੱਗ ਚੱਲਣ। ਉਹ ਕਹਿੰਦੇ ਵੀ ਅਸੀਂ ਔਰਤ ਨੂੰ ਕਿਉਂ ਫੋਰਸ ਕਰ ਰਹੇ ਹਾਂ ਕਿ ਤੂੰ ਚਿਖਾਂ ਨਾਲ ਜਾ ਕੇ ਜਲ ਜਾ। ਜੇ ਤੈਨੂੰ ਇੰਨੀ ਪਈ ਹੈ ਸਤੀ ਦੀ, ਸਤੀ ਐਕਚੁਅਲੀ ਮੀਨਸ
ਸੱਤ ਟਰੂਥ। ਕਹਿੰਦੇ ਗੱਲ ਤਾਂ ਤੇਰੇ ਟਰੂਥ ਨਾਲ ਜੁੜਨ ਦੀ ਸੀਗੀ, ਤੂੰ ਔਰਤ ਨੂੰ ਸਾੜਨਾ ਸ਼ੁਰੂ ਕਰਤਾ। ਕਹਿੰਦੇ ਮਜ਼ਾ ਤਾਂ ਆਉਣਾ ਸੀਗਾ ਕਿ ਤੂੰ ਬਿਰਹਾ ਦੀ ਅੱਗ ਦੇ ਵਿੱਚ, ਸੈਪਰੇਸ਼ਨ ਦੀ ਅੱਗ ਦੇ ਵਿੱਚ ਜਲ ਜਾਂਦਾ, ਮਤਲਬ ਆਪਣੇ ਮਨ ਨੂੰ ਸਾੜਨਾ। ਤੂੰ ਮਨ ਨੂੰ ਸਾੜਨ ਦੀ ਬਜਾਏ, ਆਪਣੀ ਡਿਜ਼ਾਇਰਸ ਨੂੰ ਸਾੜਨ ਦੀ ਬਜਾਏ ਤੂੰ ਔਰਤ ਨੂੰ ਸਾੜਨਾ ਸ਼ੁਰੂ ਕਰਤਾ, ਕਿਉਂਕਿ ਤੂੰ 24/7 ਮਾਇਆ 'ਚ ਲੱਗਾ ਹੋਇਆ ਤੇ ਜਿਹੜਾ ਤੇਰਾ ਪਰਸਪੈਕਟਿਵ ਹੈਗਾ ਉਹ ਹੁਣ ਇਨਰ ਕੌਨਸ਼ੀਅਸਨੈਸ ਤੋਂ ਹਟ ਕੇ ਬਾਹਰ ਤੇ ਆ ਗਿਆ। ਹੁਣ ਜਦੋਂ ਬਾਹਰ ਤੇ ਆ ਗਿਆ ਤੇ ਇਹ ਸਾਡੇ ਸਾਰੇ ਸੋਸ਼ਲ ਲੈਵਲ ਦੇ ਉੱਤੇ ਸਾਡੇ ਜਿਹੜੇ ਸੀਗੇ ਇਸ਼ੂਜ਼ ਕ੍ਰੀਏਟ ਹੋਣੇ ਸ਼ੁਰੂ ਹੋ ਗਏ। ਔਰ ਮੈਨੂੰ ਲੱਗਦਾ ਵੀ ਅਸੀਂ ਕਿਸੇ ਲੈਵਲ ਤੱਕ ਖੁਸ਼ਕਿਸਮਤ ਵੀ ਸੀਗੇ ਵੀ ਪੰਜਾਬ ਦੀ ਧਰਤੀ 'ਤੇ ਅਸੀਂ ਕੁਝ ਲੈਵਲ ਤੱਕ ਮੈਨੂੰ ਲੱਗਦਾ ਵੀ ਕੁਝ ਪੀਰੀਅਡ ਇੱਦਾਂ ਦਾ ਆਇਆ ਮਹਾਰਾਜਾ ਰਣਜੀਤ ਸਿੰਘ ਦਾ ਜਦੋਂ ਕਿ ਵੂਮਨ ਫੁੱਲੀ ਐਜੂਕੇਟਿਡ ਵੀ ਨੇ, ਇਟ ਇਜ਼ ਆਲ ਬਿਕਾਜ਼ ਆਫ ਦੀ ਆਈਡ ਮੂਵਮੈਂਟ ਚੱਲੀ। ਅੱਜ ਵੀ ਮੈਨੂੰ ਲੱਗਦਾ ਕਿ ਬਈ ਕਿਧਰੇ ਨਾ ਕਿਧਰੇ ਅਸੀਂ ਲੱਕੀਆਂ ਵੀ ਕੁਝ ਬੰਦਿਆਂ ਨੂੰ ਇਸ ਗੱਲ ਦਾ ਅਹਿਸਾਸ ਹੈਗਾ ਤੇ ਜਿੱਥੇ ਕਿ ਅੱਜ ਔਰਤ ਦਾ ਨਾਮ ਅਸੀਸ ਕੌਰ ਰੱਖਿਆ ਜਾ ਰਿਹਾ, ਜਿੱਥੇ ਕਿ ਉਹਨੂੰ ਉਸ ਰਿਸਪੈਕਟ ਸ਼ਾਇਦ ਕੋਈ ਨਾ ਕੋਈ ਅਜੇ ਵੀ ਉਸ ਮੱਤ ਦੇ ਕਸਟੋਡੀਅਨ ਹੈਗੇ ਨੇ ਸਾਡੇ ਕੋਲ, ਜਿਹੜੇ ਕਿ ਸਮਝ ਰਹੇ ਨੇ ਕਿ ਔਰਤ ਅੱਜ ਸਾਡੇ ਕੋਲ ਅਸੀਸ ਹੈ। ਜੋ ਮੈਨੂੰ ਲੱਗਦਾ ਕਿ ਸ਼ਾਇਦ ਹੋਰ ਕਿਸੇ ਕਲਚਰ 'ਤੇ ਗੱਲ ਨਹੀਂ ਹੋਈ ਕਿ ਜਿੱਥੇ ਔਰਤ ਨੂੰ ਅੱਜ ਵੀ ਬਲੈਸਿੰਗ ਕਿਹਾ ਜਾ ਰਿਹਾ, ਬਟ ਵੈਰੀ ਫਿਊ ਜਿਨ੍ਹਾਂ ਨੂੰ ਇਸ ਗੱਲ ਦੀ ਸਮਝ ਆ ਰਹੀ ਹੈ ਉਹ ਹੀ ਕਰ ਪਾ ਰਹੇ ਨੇ। ਸੋ ਉਹ ਹੁਣ ਮੈਂ ਪੂਰੀ ਹਿਸਟਰੀ ਨਹੀਂ ਜਾਣਾ ਚਾਹੁੰਦਾ, ਪਰ ਜੋ ਅੱਜ ਦਾ ਮੁੱਦਾ ਹੈ, ਮਤਲਬ ਅੱਜ ਸੁਸਾਇਟੀ ਵੱਲ ਪਾਸੇ ਸੇ ਆਈਏ, ਪਿਛਲੇ 30-40 ਸਾਲ 'ਚ ਮੈਨੂੰ ਲੱਗਦਾ ਹੈ ਕਿ ਅਸੀਂ ਵਾਪਸ ਉਹ ਡਾਊਨਫਾਲ ਵਾਲੇ ਪਾਸੇ ਚੱਲ ਪਏ। ਸਾਡਾ ਜਿਹੜਾ ਐਜ਼ ਅ ਸੁਸਾਇਟੀ, ਔਰ ਸੁਸਾਇਟੀ ਬਾਅਦ ਦੀ ਗੱਲ ਹੈ, ਮੇਰਾ ਐਜ਼ ਐਨ ਇੰਡੀਵਿਜੂਅਲ ਦਾ ਮੇਰਾ ਮੋਰਾਲਿਟੀ ਦਾ ਕੰਪਾਸ ਸੀਗਾ, ਉਹਨਾਂ ਵੈਲਿਊਜ਼ ਤੋਂ, ਉਹਨਾਂ ਜਿਹੜੇ ਵਰਚੂਜ਼ ਤੋਂ ਉਹ ਬੜੀ ਦੂਰ ਸ਼ਿਫਟ ਹੋਣਾ ਸ਼ੁਰੂ ਹੋ ਗਿਆ। ਮੈਂ ਉਹਦੀ ਗੱਲ ਜਿਹੜੀ ਸੀ ਕਰਨੀ ਬੰਦ ਕਰ ਦਿੱਤੀ, ਮੈਂ ਆਪਣੇ ਜੀਵਨ 'ਚੋਂ ਉਹ ਸਾਰੀ ਗੱਲ ਨੂੰ ਖਤਮ ਕਰਨਾ ਸ਼ੁਰੂ ਕਰਤਾ। ਪਰ ਇਸ ਵਾਰੀ ਮੈਨੂੰ ਲੱਗਦਾ ਕਿ ਜਿਹੜਾ ਇਹ 30-40 ਸਾਲ ਸਾਡੇ ਅੰਦਰ ਜਿਹੜਾ ਗਿਰਾਵਟ ਆਈ ਹੈ, ਇਹ ਸਿਰਫ ਇਹ ਗਿਰਾਵਟ ਨਹੀਂ ਹੈ ਕਿ ਅਸੀਂ ਉਹ ਵਾਲੇ ਵਾਪਸ ਜਿਹੜੇ ਨੋਰਮ ਸੀਗੇ, ਜਿਹੜੇ ਰਿਚੁਅਲ ਸੀਗੇ, ਡੋਰੀ ਵਾਲੇ, ਫੀਮੇਲ ਇਨਫੈਂਟੀਸਾਈਡ ਵਾਲੇ, ਜਾਂ ਹੋਰ ਦਲਿਤਾਂ ਨਾਲ ਜਿਹੜੇ ਸਾਡੇ ਉਹ ਸਾਰੇ ਸੀਗੇ ਸੋਸ਼ਲ ਇਸ਼ੂਜ਼, ਅਸੀਂ ਉਹ ਹੀ ਨਹੀਂ ਕਰਨੇ ਸ਼ੁਰੂ ਕੀਤੇ। ਦਿਸ ਟਾਈਮ ਵੀ ਬਿਕੇਮ ਵੈਰੀ 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 ਸਮਾਰਟ। ਅਸੀਂ ਮਾਡਰਨਾਈਜੇਸ਼ਨ ਦੇ ਨਾਂ ਦੇ ਉੱਤੇ ਕਰਨਾ ਸ਼ੁਰੂ ਕਰਤਾ ਕਿ ਵੀ ਕੀ ਹੋ ਗਿਆ, ਤੇਜ਼ੀ ਤਾਂ ਲੈ ਰਹੇ ਹਾਂ, ਕੁੜੀ ਆਪਣੇ ਲਈ ਲੈ ਕੇ ਆ ਰਹੀ, ਮੇਰੇ ਤਾਂ ਲੈ ਕੇ ਨਹੀਂ ਆ ਰਹੀ। ਇਹ ਤਾਂ ਕੁੜੀ ਦਾ ਲਾਈਫ ਸਟਾਈਲ ਨਾਲ ਚੇਂਜ ਹੋ ਜਾਏ, ਕੁੜੀ ਮਾਡਰਨ ਰਹੇ, ਉਹਦੇ ਲਈ ਲੈ ਰਹੇ। ਅਸੀਂ ਤਾਂ ਇਹ ਵਿਸ਼ਵਾਸ ਨਹੀਂ ਕਰਦੇ ਆਪਣੇ ਲਈ ਲੈ ਕੇ ਆ ਰਹੀ, ਕਿਉਂਕਿ ਵੀ ਸਟਾਰਟਡ ਟੂ ਬਿਕਮ ਟੂ ਸਮਾਰਟ। ਦੇਖੋ ਜੀ, ਹੁਣ ਅਸੀਂ ਕੁੜੀ ਨੂੰ ਕਿਹੜਾ ਕੋਈ 2 ਸਾਲ ਦੇ ਉਮਰ ਤੋਂ ਬਾਅਦ ਮਾਰਿਆ, ਹੁਣ ਤਾਂ ਆਪਾਂ ਉਹ ਟੈਸਟ ਕਰਾ ਲਿਆ ਸੀਗਾ, ਉਹ ਡਾਟ ਹੀ ਹੁੰਦਾ ਛੋਟਾ ਜਿਹਾ, ਖਤਮ ਕਰਤਾ, ਕਿਉਂਕਿ ਵੀ ਬਿਕੇਮ ਟੂ ਸਮਾਰਟ। ਮਾਡਰਨਾਈਜੇਸ਼ਨ ਦੇਖੋ, ਟੈਕਨੋਲੋਜੀ ਹੈ ਜੀ, ਉਹ ਤਾਂ ਉਸ ਵੇਲੇ ਪਤਾ ਕਰ ਲਿਆ ਸੀ, ਆਤਮਾ ਨਹੀਂ ਆਈ ਹੁੰਦੀ ਸਰੀਰ ਦੇ ਵਿੱਚ, ਅਜੇ ਇਹ ਕੋਈ ਪਾਪ ਨਹੀਂ ਹੋਇਆ ਵੈਸੇ, 2 ਮਿੰਟ ਦਾ ਹੀ ਪ੍ਰੋਸੈਸ ਹੁੰਦਾ ਜੀ। ਜੇ ਔਰਤ ਦੀ ਬੋਡੀ ਨੂੰ ਝੇਲਣਾ ਵੀ ਪੈ ਗਿਆ ਤੇ ਕੀ ਹੋ ਗਿਆ, 10 ਦਿਨ ਬਾਅਦ ਠੀਕ ਹੋ ਜਾਂਦਾ। ਅਸੀਂ ਆਪਣੇ ਆਪ ਨੂੰ ਕਨਵਿੰਸ ਕਰਨ ਲਈ ਮਾਡਰਨਾਈਜੇਸ਼ਨ, ਕੈਪੀਟਲਿਜ਼ਮ, ਅਸੀਂ ਆਪਣੇ ਆਪ ਨੂੰ ਇਸ ਰੈਪਰ ਦੇ ਵਿੱਚ ਬੰਨ੍ਹ ਲਿਆ ਤੇ ਉਹਦੇ ਵਿੱਚ ਅਸੀਂ ਆਪਣੇ ਆਪ ਨੂੰ ਜਸਟੀਫਾਈ ਕਰਨਾ ਸ਼ੁਰੂ ਕਰ ਦਿੱਤਾ। ਇਹ ਸਾਰੀ ਗੱਲਾਂ ਦਾ ਬਿਕਾਜ਼ ਵੀ ਆਰ ਵੇਅਰ ਵੀ ਵਰ, ਇਨ ਫੈਕਟ ਵੀ ਆਰ ਵਰਸ ਦੈਨ ਵੇਅਰ ਵੀ ਵਰ। ਇਹਦਾ ਜਿਹੜੇ ਡੀਮਡ ਵੀਕਰ ਸੈਕਸ਼ਨ ਆਫ ਸੋਸਾਇਟੀ, ਮੈਂ ਨਹੀਂ ਸਮਝਦਾ ਕੋਈ ਵੀਕਰ ਸੈਕਸ਼ਨ ਹੈਗਾ ਸੋਸਾਇਟੀ ਦਾ, ਪਰ ਜਿਨ੍ਹਾਂ ਨੂੰ ਅਸੀਂ ਟ੍ਰੈਡੀਸ਼ਨਲੀ ਮੰਨਦੇ ਹਾਂ ਉਹਨਾਂ ਦੇ ਉੱਤੇ ਬਹੁਤ ਵੱਡਾ ਇੰਪੈਕਟ ਹੋਇਆ। ਤੇ ਆਈ ਬਿਲੀਵ ਪਰਸਨਲੀ ਵੀ ਔਰਤ 'ਤੇ ਇਹਦਾ ਬਹੁਤ ਜ਼ਿਆਦਾ ਇੰਪੈਕਟ ਹੋ ਰਿਹਾ, ਪਰ ਅਸੀਂ ਸ਼ਾਇਦ ਇਹਨੂੰ ਸਮਝ ਨਹੀਂ ਪਾ ਰਹੇ, ਅਸੀਂ ਇਹਦੀ ਗੱਲ ਨਹੀਂ ਕਰਨਾ ਚਾਹੁੰਦੇ। ਇੱਕ ਹੋਰ ਸਭ ਤੋਂ ਵੱਡਾ ਫਰਕ ਜੋ ਮੈਨੂੰ ਲੱਗਦਾ ਹੈ ਮੇਰੀ ਜਨਰੇਸ਼ਨ 'ਚ ਆਉਣਾ ਸ਼ੁਰੂ ਹੋਇਆ, ਅਸੀਂ ਹੁਣ ਉਹਨਾਂ ਸਪਿਰਿਚੁਅਲ ਵੈਲਿਊਜ਼ ਦੀ ਗੱਲ ਹੀ ਕਰਨੀ ਬੰਦ ਕਰ ਦਿੱਤੀ, ਅਸੀਂ ਉਹਨੂੰ ਖਾ ਗਏ, ਅਸੀਂ ਉਹਨੂੰ ਛੁਪਾ ਲਿਆ। ਸਾਡੀ ਪਿਛਲੀ ਜਨਰੇਸ਼ਨ ਕਰਦੀ ਸੀ, ਮੈਨੂੰ ਪਤਾ ਨਹੀਂ ਉਹ ਗੱਲਾਂ ਕੀ ਹੈ। ਮੈਂ ਕੱਲ੍ਹ ਜਿਹੜੀ ਇੱਥੇ ਆਡੀਅੰਸ ਬੈਠੀ ਹੈ, ਇਹਨਾਂ ਲਈ ਕੋਈ ਗੱਲਾਂ ਨਵੀਆਂ ਨਹੀਂ ਨੇ, ਮੈਂ ਆਪਣੇ ਪਿਓ ਨੂੰ, ਆਪਣੇ ਦਾਦਿਆਂ ਨੂੰ ਗੱਲਾਂ ਕਰਦੇ ਸੁਣਿਆ, ਪਰ ਮੇਰੀ ਪ੍ਰੋਬਲਮ ਇਹ ਹੋ ਗਈ ਕਿ ਮੇਰਾ ਜੀਵਨ ਉਸ ਤੋਂ ਬਹੁਤ ਦੂਰ ਚਲਾ ਗਿਆ। ਹੁਣ ਜੇ ਮੈਂ ਉਹਦੀ ਗੱਲ ਕਰਦਾ, ਮੇਰਾ ਬੱਚਾ ਮੈਨੂੰ ਸਵਾਲ ਪੁੱਛਦਾ ਕਿ ਪਾਪਾ ਤੁਹਾਡਾ ਜੀਵਨ ਉੱਤੇ ਖੜਾ ਹੀ ਨਹੀਂ ਹੋਇਆ, ਤੁਸੀਂ ਕਿਹਦੀ ਗੱਲ ਕਰ ਰਹੇ ਹੋ? ਸੋ ਮੇਰੇ ਕੋਲ ਇੱਕ ਆਪਸ਼ਨ ਰਹਿ ਗਈ ਕਿ ਮੈਂ ਇਸ ਗੱਲ ਨੂੰ ਬੰਦ ਕਰਤਾ। ਮੈਂ ਇਹ ਵੈਲਿਊਜ਼ ਦੀ, ਇਹ ਵਰਚੂਜ਼ ਦੀ, ਜਿਹੜੇ ਕਿ ਅਸੀਂ ਇੰਨੇ ਰਿਚ ਕਲਚਰ ਤੋਂ ਆਏ ਸੀਗੇ,
ਕਲਚਰ ਕੋਈ ਮਾੜਾ ਨਹੀਂ, ਪਰ ਜਿਹਦੇ ਅਸੀਂ ਵਾਰਸ ਸੀਗੇ ਅਸੀਂ ਦੀ ਗੱਲ ਕਰਨੀ ਬਿਲਕੁਲ ਬੰਦ ਕਰਤੀ। ਮੇਰਾ ਆਬਜੈਕਟਿਵ ਕੀ ਬਣ ਗਿਆ, ਆਪਣੇ ਬੱਚੇ ਨੂੰ ਕੇਵਲ ਤੇ ਕੇਵਲ ਉਹ ਨੌਲੇਜ ਦੇਣੀ ਹੈ ਜਿਹੜੀ ਉਹਨੂੰ ਡਾਲਰ ਕਮਾ ਕੇ ਦੇ। ਸਾਰੀ ਐਜੂਕੇਸ਼ਨ ਸਿਸਟਮ ਦਾ ਕੇਵਲ ਤੇ ਕੇਵਲ ਯੂਨੀਡਾਇਮੈਂਸ਼ਨਲ ਪਰਪਸ ਰਹੇਗਾ, ਸਿੰਗਲ ਪਰਪਸ ਰਹੇਗਾ ਕਿ ਵੀ ਕਿਸੇ ਤਰੀਕੇ ਨਾਲ ਅਸੀਂ ਪੈਸੇ ਕਮਾ ਲਈਏ। ਅਗਲੀ ਸਲਾਈਡ 'ਤੇ ਗੱਲ ਕਰਾਂਗੇ ਕਿ ਪ੍ਰੋਬਲਮ ਕੀ ਬਣਦੀ, ਕਿਉਂਕਿ ਹੁਣ ਮੇਰਾ ਜਿਹੜਾ ਥਾਟ ਹੈ ਉਹ ਸਿਰਫ ਪੈਸੇ 'ਤੇ ਖੜਾ ਹੋ ਗਿਆ। ਮੈਂ ਹਰ ਚੀਜ਼ ਨੂੰ ਪੈਸੇ ਨਾਲ ਤੋਲਣਾ ਸ਼ੁਰੂ ਕਰਤਾ, ਕਿਉਂਕਿ ਬੱਚੇ ਨੂੰ ਕੋਈ ਅਥਾਰਟੀ ਨਹੀਂ ਦੇ ਰਹੇ। 24/7 ਸਾਡੇ ਘਰ ਵਿੱਚ ਗੱਲ ਹੀ ਹੋ ਰਹੀ, ਸਾਡੇ ਕਲਚਰ 'ਚ ਗੱਲ ਇਸ ਚੀਜ਼ ਦੀ ਆ ਚੁੱਕੀ, ਕਿਉਂਕਿ ਹੁਣ ਮੇਰਾ ਮੋਡ ਆਫ ਕਰੰਸੀ ਜਿਹੜਾ, ਮੇਰਾ ਕਰੰਸੀ ਆਫ ਆਪਰੇਸ਼ਨ ਜਿਹੜੀ ਉਹ ਪੈਸਾ ਬਣ ਚੁੱਕਾ ਹੈ। ਵਰਚੂਸ ਖਤਮ ਹੋ ਗਏ। ਜਿੱਥੋਂ ਦੀ ਸ਼ੁਰੂ ਹੋਈ ਸੀ 4-5 ਸਾਲ ਪਹਿਲੇ, ਵੀ ਜਿਹੜਾ ਮੇਰਾ ਮੋਡ ਆਫ ਆਪਰੇਸ਼ਨ ਹੈ, ਜਿਹੜੀ ਮੇਰੀ ਟ੍ਰਾਂਜੈਕਸ਼ਨਲ ਕਰੰਸੀ ਹੈ, ਇਟ ਹੈਜ਼ ਟੂ ਬੀ ਵਰਚੂਸ, ਮੈਂ ਉਹ ਖਤਮ ਕਰਤੀ, ਕਿਉਂਕਿ ਹੁਣ ਅਗਲੀ ਜਨਰੇਸ਼ਨ ਨੂੰ ਉਹਦੀ ਗੱਲ ਕਰਨੀ ਬੰਦ ਕਰਤੀ ਕਿ ਕੇਵਲ ਤੇ ਕੇਵਲ ਡਾਲਰ ਦੀ ਗੱਲ ਹੋਈ। ਅਸੀਂ ਬੈਟਰੀ ਮੰਨ ਕੀ ਬਣਾਉਣੇ ਸੀ ਤੇ ਹਿਊਮਨ ਦੀ ਗੱਲ ਕਰਨੀ ਬੰਦ ਕਰਤੀ। ਜੇ ਮੈਂ ਆਪਣੇ ਝਾਤ ਮਾਰ ਕੇ ਦੇਖਾਂ ਤਾਂ ਮੈਂ ਵਾਪਸ ਆਮ ਜਸਟ ਲਾਈਕ ਐਨ ਐਨੀਮਲ, ਈਵਨ ਵਰਸ। ਉਹ ਸ਼ਾਇਦ ਅਸੀਂ ਨੈਕਸਟ ਸਲਾਈਡ ਤੇ ਗੱਲ ਕਰਾਂਗੇ। ਮੈਂ ਵਰਸ ਹੋ ਗਿਆ। ਰੋਟੀ ਉਹ ਵੀ ਖਾ ਰਹੇ ਸੀ, ਰੋਟੀ ਉਹ ਵੀ ਕਮਾ ਰਹੇ ਸੀ, ਘਰ ਉਹ ਵੀ ਬਣਾ ਰਹੇ ਸੀ, ਘਰ ਮੈਂ ਵੀ ਬਣਾ ਰਿਹਾ, ਪਰ ਉਹ ਭਰੂਣ ਹੱਤਿਆ ਨਹੀਂ ਸੀ ਕਰ ਰਹੇ, ਮੈਂ ਕਰ ਰਿਹਾ। ਅਸੀਂ ਬੈਟਰ ਹਿਊਮਨ ਦਾ ਕੀ ਬਣਨਾ ਸੀ, ਅਸੀਂ ਹਿਊਮਨ ਦੇ ਲੈਵਲਸ ਤੋਂ ਵਰਸ ਹੋਣੇ ਸ਼ੁਰੂ ਹੋ ਗਏ, ਜਸਟ ਬਿਕੋਜ਼ ਕਿ ਜਿਹੜੀ ਗੱਲ ਮੈਨੂੰ ਹਿਊਮਨ ਬਣਾਉਂਦੀ ਸੀਗੀ ਮੈਂ ਉਹਦੀ ਗੱਲ ਜਿਹੜੀ ਸੀ ਟੋਟਲੀ ਬੰਦ ਕਰਤੀ। ਤੇ ਜਦੋਂ ਇਹਨਾਂ ਚੀਜ਼ਾਂ ਦਾ ਕੰਬੀਨੇਸ਼ਨ ਵਿੱਚ ਸਾਨੂੰ ਜਦੋਂ ਇਹ ਕ੍ਰੀਏਟ ਕੀਤਾ ਅਸੀਂ, ਜਿੱਥੇ ਅਸੀਂ ਮਾਡਰਨਾਈਜੇਸ਼ਨ ਦੇ ਨਾਂ ਦੇ ਉੱਤੇ ਆਪਣੀ ਵੈਲਿਊਜ਼ ਛੁਪਾਈਆਂ, ਜਦੋਂ ਆਪਣੇ ਬੱਚਿਆਂ ਨੂੰ ਇਸ ਗੱਲ ਤੋਂ ਜਾਣੂ ਨਹੀਂ ਕਰਾਇਆ, ਇਹਨਾਂ ਦੇ ਅੰਦਰ ਅਸੀਂ ਵੈਲਿਊਜ਼ ਪਾਣੀਆਂ ਬੰਦ ਕਰਤੀਆਂ, ਘਰ ਦੇ ਐਕਟਿਵ ਡਿਸਕਸ਼ਨ ਦਾ ਪਾਰਟ ਨਹੀਂ ਰਹੀਆਂ। ਮੈਨੂੰ ਲੱਗਦਾ ਵੀ ਇਹਦਾ ਸਭ ਤੋਂ ਵੱਡਾ ਇੰਪੈਕਟ ਇਹ ਹੋਇਆ ਕਿਉਂਕਿ ਅਸੀਂ ਹਰ ਚੀਜ਼ ਨੂੰ ਕੁਆਂਟੀਫਾਈ ਕਰਨਾ ਸ਼ੁਰੂ ਕਰਤਾ। ਔਰਤ ਦਾ ਰੋਲ ਸੀਗਾ ਉਹ ਬੜਾ ਕੁਆਲੀਟੇਟਿਵ ਰੋਲ ਸੀਗਾ ਇਸ ਦੁਨੀਆ ਦੇ ਵਿੱਚ। ਪਹਿਲੇ ਇੱਥੋਂ ਸ਼ੁਰੂ ਹੋਇਆ ਕਿ ਬਈ ਮੈਂ ਦਿਮਾਗ ਤੋਂ ਸੋਚ ਰਿਹਾ ਤਾਂ ਮੈਂ, ਔਰਤ ਜਿਹੜੀ ਦਿਲੋਂ ਸੋਚ ਰਹੀ, ਦਿਲ ਦੀ ਅਸੀਂ ਕੀਮਤ ਹੀ ਖਤਮ ਕਰਤੀ, ਦਿਲ ਦੀ ਅਸੀਂ ਗੱਲ ਹੀ ਬੰਦ ਕਰਤੀ। ਉਹਦੀ ਕਿੰਨੀ ਵੱਡੀ ਦੇਣ ਹੈ, ਉਹ ਸੁਸਾਇਟੀ ਨੂੰ ਨਰਚਰ ਕਰ ਰਹੀ ਹੈ। ਉਹਨੇ ਮੇਰੇ ਵਰਗੇ ਕਿੰਨੇ ਤੇ ਉਹਨੇ ਨਾਨਕ ਵਰਗਿਆਂ ਨੂੰ ਵੀ ਪੈਦਾ ਕੀਤਾ। ਮੈਂ ਤਾਂ ਕਿਸੇ ਹਸਤੀ ਚਾਹੁੰਦਾ ਹੀ ਨਹੀਂ। ਉਹਨੇ ਬੁੱਧਾ ਵਰਗੇ ਵੀ ਪਾਲੇ, ਆ ਜਿਹੜਾ ਬੰਦਾ ਪ੍ਰਧਾਨ ਮੰਤਰੀ ਬਣਿਆ ਬੈਠਾ ਉਹਨੂੰ ਵੀ ਉਹਨੇ ਪਾਲਿਆ ਹੋਣਾ ਮਾਂ ਨੇ ਕਿਸੇ ਨੂੰ, ਪਰ ਅਸੀਂ ਉਹਦੇ ਕੰਟਰੀਬਿਊਸ਼ਨ ਦੀ ਗੱਲ ਹੀ ਬੰਦ ਕਰਤੀ ਕਿਉਂਕਿ ਉਹ ਕੁਆਂਟੀਫਾਈਬਲ ਨਹੀਂ ਹੈਗੀ ਡਾਲਰ ਦੇ ਵਿੱਚ। ਸੋ ਉਹ ਜਿਹੜਾ ਸੀਗਾ ਇੱਕ ਔਰਤ ਦੀ ਜਿਹੜੀ ਆਈ ਬਿਲੀਵ ਕਿ ਜਿਹੜੀ ਉਹਦੀ ਇੱਕ ਰੀਅਲ ਵੈਲਿਊ ਸੀ ਸੁਸਾਇਟੀ ਦੇ ਵਿੱਚ, ਅਸੀਂ ਉਹਨੂੰ ਬੰਦ ਕਰਤਾ ਜਾਂ ਉਹਨੂੰ ਦੇਖਣਾ ਬੰਦ ਕਰਤਾ। ਸਾਡੇ ਕੋਲ ਸਮਝਣ ਦੀ ਅੱਖ ਨਹੀਂ ਰਹਿ ਗਈ ਤੇ ਹੁਣ ਅਸੀਂ ਵਾਪਸ ਉਹਨੂੰ ਲਾਇਬਿਲਿਟੀ ਸਮਝ ਲਿਆ ਕਿਉਂਕਿ ਅਸੀਂ ਹੁਣ ਡਾਲਰ 'ਚ ਹੀ ਸਾਰੀ ਗੱਲ ਕਰਨੀ ਸ਼ੁਰੂ ਕਰਤੀ, ਪੈਸੇ 'ਚ ਹੀ ਸਾਰੀ ਗੱਲ ਤੋਲਣੀ ਸ਼ੁਰੂ ਕਰਤੀ ਤੇ ਉਹ ਜਦੋਂ ਲਾਇਬਿਲਿਟੀ ਬਣ ਗਈ, ਹੁਣ ਮੈਨੂੰ ਵਾਪਸ ਸੇਮ ਉੱਥੇ ਪਹੁੰਚ ਗਿਆ ਮੈਂ ਕਿ ਮੈਂ ਜੋਤ ਦੀ ਵਰਚੂਸ ਦੀ ਗੱਲ ਕਰਨੀ ਬੰਦ ਕਰਕੇ ਤੇ ਮੈਂ ਹੁਣ ਉੱਥੇ ਪਹੁੰਚ ਗਿਆ ਕਿ ਮੈਂ ਔਰਤ ਨੂੰ ਐਗਜ਼ਿਸਟੈਂਸ ਆਉਣ ਨਹੀਂ ਦਿੰਦਾ। ਔਰ ਇਹ ਸਾਡੀ ਕਲਚਰ ਦੀ ਕਿੰਨੀ ਵੱਡੀ ਪ੍ਰੋਬਲਮ ਬਣ ਚੁੱਕੀ ਹੈ, ਪਰ ਅਸੀਂ ਸ਼ਾਇਦ ਗੱਲ ਨਹੀਂ ਕਰਨਾ ਚਾਹੁੰਦੇ। ਪਰ ਮੇਰੀ ਫਿਰ ਵੀ ਟੌਪਿਕ ਜਿਹੜਾ ਉਹ ਓਵਰਆਲ ਵੂਮਨ ਡਿਸਕ੍ਰਿਮੀਨੇਸ਼ਨ ਨਾਲ ਹੈ ਕਿ ਉਹਨੂੰ ਅਸੀਂ ਫਿਰ ਵੀ ਕਿਸੇ ਗੱਲ ਦੀ ਆਜ਼ਾਦੀ ਦੇਣ ਤੋਂ ਅਸੀਂ ਮੁਨਕਰ ਰਹੇ ਤੇ ਜਿਹੜੀਆਂ ਅਗਰ ਹੋਣ ਦੇ ਚਾਹ ਵੀ ਗਈਆਂ ਉਹਨਾਂ ਨਾਲ ਅਸੀਂ ਵਾਪਸ ਉੱਥੇ ਪਹੁੰਚ ਗਏ। ਉਹਨਾਂ ਨੂੰ ਅਸੀਂ ਫਿਰ ਵਾਪਸ ਸੋਸ਼ਲ, ਇਕਨੋਮਿਕਲ, ਪੋਲੀਟੀਕਲ, ਪਰਸਨਲ ਚੋਇਸਿਸ ਤੋਂ ਅਸੀਂ ਉਹਨਾਂ ਨੂੰ ਫਿਰ ਡਿਫਾਈਨ ਕੀਤਾ ਹੋਇਆ। ਮੈਨੂੰ ਭਾਵੇਂ ਲੱਗ ਰਿਹਾ ਕਿ ਮੈਂ ਦੇ ਰਿਹਾ ਸਾਰੇ ਰਾਈਟਸ, ਪਰ ਜਦੋਂ ਬਿਲਕੁਲ ਆਪਣੇ ਅੰਦਰ ਡੀਪਲੀ ਬੈ ਕੇ ਸੋਚਾਂਗਾ ਨਾ, then I will start to realize ਕਿ ਮੈਂ ਨਹੀਂ ਦੇ ਰਿਹਾ। ਜਿਹੜੀ ਇੰਡੀਪੈਂਡੈਂਸ ਮੈਂ ਚਾਹੁੰਦਾ ਐਜ਼ ਅ ਮੇਲ ਮੈਂ ਨਹੀਂ ਦੇ ਪਾਉਂਦਾ ਫੀਮੇਲ। ਕਹਿਣ ਨੂੰ ਮੈਂ ਅਗੇਨ ਦਿਖਾ ਰਿਹਾ ਕਿ ਦੇਖੋ ਜੀ ਮੇਰੀ ਵਾਈਫ ਜੌਬ ਵੀ ਕਰ ਰਹੀ ਹੈ, ਮੇਰੇ ਬੱਚੇ ਜਾ ਵੀ ਰਹੇ ਨੇ ਸਕੂਲਾਂ 'ਚ, ਮੇਰੀ ਕੁੜੀਆਂ ਇੱਥੇ ਵੀ ਕਰ ਰਹੀਆਂ, ਬਟ ਮੈਨੂੰ ਵੀ ਪਤਾ ਕਿਤੇ ਨਾ ਕਿਤੇ ਅੰਦਰ ਕਿ ਨਹੀਂ, ਜਿਹੜੀ ਇੰਡੀਪੈਂਡੈਂਸ ਮੈਂ ਚਾਹ ਰਿਹਾ ਸੇਮ ਇੰਡੀਪੈਂਡੈਂਸ ਮੈਂ ਨਹੀਂ ਦੇ ਰਿਹਾ। ਤੇ ਇੱਥੇ ਇੱਕ ਛੋਟਾ ਐਗਜ਼ਾਮਪਲ ਹੈ ਮੇਰੇ ਕੋਲ ਆਪਣੇ ਇੱਕ ਫਰੈਂਡ ਦਾ। ਉਹ ਸ਼ਾਇਦ ਇਸ ਗੱਲ ਨੂੰ ਮੰਨਦਾ ਕਿ ਸਰੀਰ ਹੈ ਜਿਹੜਾ ਮਰਜ਼ੀ ਸਰੀਰ ਸਾਡੇ ਘਰ ਆਏ ਤਾਂ ਮੈਂ ਜਦੋਂ ਉਹਦੇ ਘਰ ਵਿੱਚ ਆਉਣਾ ਸੀ, ਪਰ ਉਹਦੀ ਬੜੀ ਦਿਲ ਦੀ ਖਾਹਿਸ਼ ਸੀਗੀ ਕਿ ਉਹਦੇ ਘਰ ਕੁੜੀ ਹੋਵੇ। ਉਹਨੇ ਗੁਰਦੁਆਰੇ ਭਾਈ ਸਾਹਿਬ ਨੂੰ ਜਾ ਕੇ ਅਰਦਾਸ ਕਰਾਈ, ਇੱਥੇ ਨਹੀਂ ਇੰਡੀਆ ਦੀ ਗੱਲ ਹੈ, ਪਰ ਮੁੰਡਾ ਆਸਟ੍ਰੇਲੀਆ ਦਾ। ਹੁਣ ਉੱਥੇ ਦਾ ਅਰਦਾਸ ਬੜੀ ਚੱਲ ਰਹੀ ਹੁੰਦੀ, ਉਹਨੇ ਭਾਈ ਸਾਹਿਬ ਨੂੰ ਅਰਦਾਸ ਲਈ ਲਿਖ ਦਿੱਤਾ ਕਿ ਵੀ ਤੁਸੀਂ ਕੁੜੀ ਦੀ ਅਰਦਾਸ ਕਰ ਦਿਓ। ਉਹ ਭਾਈ ਸਾਹਿਬ ਨੇ ਪੜ੍ਹਿਆ ਨਹੀਂ ਪਹਿਲੇ ਪਰਚੀ, ਉਹਨਾਂ ਦੀ ਆਦਤ ਹੁੰਦੀ ਵੀ ਜਦੋਂ ਅਰਦਾਸ ਸ਼ੁਰੂ ਕਰ ਲੈਂਦੇ ਨੇ ਪੜ੍ਹੀ ਜਾਂਦੇ ਨੇ। ਹੁਣ ਭਾਈ ਸਾਹਿਬ ਨੇ ਅਰਦਾਸ ਸ਼ੁਰੂ ਕਰ ਲਈ,
ਕਰਕੇ ਜਦੋਂ ਉੱਥੇ ਪਹੁੰਚੇ ਤਾਂ ਦੇਖਿਆ ਵੀ ਇੱਥੇ ਕੁੜੀ ਦੀ ਅਰਦਾਸ ਕਰਾਈ ਜਾਂਦੀ, ਉੱਥੇ ਰੁਕ ਗਏ। ਰੁਕ ਗਿਆ ਭਾਈ ਸਾਹਿਬ ਅਰਦਾਸ, ਕਹਿੰਦਾ ਤੁਸੀਂ ਠੀਕ ਮੰਗ ਰਹੇ, ਮੈਨੂੰ ਪੜ੍ਹਨ 'ਚ ਗਲਤੀ ਨਹੀਂ ਲੱਗ ਰਹੀ। ਹੁਣ ਗੱਲ ਇਹ ਨਹੀਂ ਹੈਗੀ ਕਿ ਉਹ ਇੱਕ ਕਿਸਮ ਦੇ ਕਸਟੋਡੀਅਨ ਨੇ ਸਾਡੇ ਭਾਈ ਸਾਹਿਬ ਉਸ ਵਿਚਾਰਧਾਰਾ ਦੇ, ਉਹਦੇ 'ਚੋਂ ਵੀ ਕਿੰਨੇ ਰਹਿ ਰਹੇ। ਗੱਲ ਇਹ ਸੀ ਕਿ ਮੈਂ ਉਹਨੂੰ ਅਡੋਪਟ ਕੀਤਾ ਕਿ ਨਹੀਂ ਕੀਤਾ। ਅਸੀਂ ਅੱਜ ਵੀ ਉਹਦੀ ਅਡੋਪਸ਼ਨ ਤੋਂ ਮੁਨਕਰ 'ਚ ਖੜੇ। ਪਰ ਆਈ ਫੀਲ ਲੱਕੀ, ਮਤਲਬ ਭਾਵੇਂ ਮੇਰਾ ਪਰਸਨਲ ਐਗਜ਼ਾਮਪਲ ਹੈ ਵੀ ਮੇਰੇ ਪਿਤਾ ਜੀ ਕੁਝ ਬੰਦੇ ਇੱਥੇ ਹੈਗੇ ਨੇ ਜਾਣਦੇ ਨੇ ਸਾਡੇ ਪਿਤਾ ਜੀ ਨੂੰ, ਉਹ ਨਹੀਂ ਨੇ ਦੁਨੀਆ 'ਚ। ਮੈਂ ਉਹਨਾਂ ਨੂੰ ਕਦੀ ਕਿਸੇ ਔਰਤ ਨੂੰ ਨਾਂ ਤੋਂ ਲੈਂਦੇ ਨਹੀਂ ਸੁਣਿਆ ਸੀ। ਈਵਨ ਉਹ ਮੇਰੀ ਮਦਰ ਦਾ ਨਾਂ ਲੈ ਕੇ ਫਿਰ ਜੀ ਬੋਲਦੇ ਸੀ, ਕਿਉਂਕਿ ਉਹਨਾਂ ਨੇ ਕਿਹਾ ਵੀ ਸਾਡੀ ਟ੍ਰੈਡੀਸ਼ਨ ਨੇ ਵੀ ਅਸੀਂ ਇਹਨਾਂ ਵੈਲਿਊਜ਼ ਨੂੰ ਕੈਰੀ ਕਰਦੇ। ਤੇ ਜਦੋਂ ਮੈਂ ਉਹਨਾਂ ਨੂੰ ਉਹ ਕਰਦੇ ਦੇਖਿਆ ਤੇ ਇਟ ਵਾਸ ਵੈਰੀ ਨੈਚੁਰਲ ਫॉर ਮੀ ਕਿ ਮੈਂ ਆਪਣੀ ਵਾਈਫ ਨੂੰ ਨਾਂ ਤੋਂ ਬੁਲਾ ਹੀ ਨਹੀਂ ਸੀ ਸਕਦਾ, ਕਿਉਂਕਿ ਉਹਨਾਂ ਨੇ ਸਾਨੂੰ ਉਹਦੀ ਕੁਆਂਟੀਫਾਈਬਲ ਵੈਲਿਊ ਤੋਂ ਤੋੜ ਕੇ ਕੁਆਲਿਟੇਟਿਵ ਵੈਲਿਊ ਵੱਲ ਜੋੜਿਆ ਕਿ ਵੀ ਉਹਦੀ ਏਡੀ ਵੱਡੀ ਵੈਲਿਊ ਹੈ ਸਾਡੇ ਸਮਾਜ ਦੇ ਵਿੱਚ। ਪਰ ਅਸੀਂ ਕਿਉਂਕਿ ਉਹਨਾਂ ਵੈਲਿਊਜ਼ ਨੂੰ ਭੁੱਲ ਚੁੱਕੇ ਹਾਂ। ਆਈ ਬਲੀਵ ਕਿ ਇਹ ਹੁਣ ਸਾਨੂੰ ਬੜੇ ਨੀਵੇਂ ਲੈਵਲ 'ਤੇ ਲਿਆ ਹੈ। ਤੇ ਆਈ ਪਰਸਨਲੀ ਬਲੀਵ ਕਿ ਜਿਹੜੇ ਜਾਨਵਰ ਵੀ ਨੇ ਉਹ ਸ਼ਾਇਦ ਸਾਡੇ 'ਤੇ ਕਦੀ ਮੁਕੱਦਮਾ ਠੋਕ ਸਕਦੇ ਨੇ ਵੀ ਗੁਰਬਾਣੀ 'ਚ ਲਿਖਿਆ ਕਰਤੂਤ ਪਸ਼ੂ ਕੀ ਮਾਨਸ ਜਾਤ, ਵੀ ਮੈਂ ਤਾਂ ਕਹਿਣ ਨੂੰ ਬੰਦਾ ਮੇਰੇ ਜਿਹੜੇ ਹਰਕਤਾਂ ਨੇ ਉਹ ਜਾਨਵਰਾਂ ਵਾਲੀਆਂ ਨੇ, ਬਟ ਆਈ ਬਲੀਵ ਵੀ ਜਾਨਵਰਾਂ ਨੂੰ ਪਤਾ ਲੱਗ ਜਾਏ ਜੇ ਉਹ ਬੋਲਣਾ ਜਾਣਦੇ ਹੋਣ ਸਾਨੂੰ ਇਸ਼ੂ ਕਰ ਦੇਣਗੇ ਕਿ ਸਾਡੀ ਹਰਕਤਾਂ ਜਾਨਵਰਾਂ ਤੋਂ ਗਲਤ ਨੇ। ਉਹ ਕਹਿਣਗੇ ਕਿ ਸਾਨੂੰ ਤੁਸੀਂ ਇਨਸਾਨਾਂ ਨੂੰ ਕਿਉਂ ਕੰਪੇਅਰ ਕਰ ਰਹੇ ਹੋ। ਜਾਨਵਰ ਜਿਹੜੇ ਨੇ ਉਹ ਪਰਮੇਸ਼ਰ ਦੇ ਹੁਕਮ 'ਚ ਜ਼ਿਆਦਾ ਨੇ। ਉਹਨਾਂ ਨੂੰ ਸਮਝ ਆ ਰਿਹਾ ਕਿ ਮੇਲ ਫੀਮੇਲ ਦੋਨੋਂ ਦੀ ਲੋੜ ਆ ਮੈਨੂੰ ਆਪਣੀ ਸਪੀਸ਼ੀਜ਼ ਚਲਾਉਣ ਦੀ। ਅਸੀਂ ਅੱਜ ਗੱਲ ਭੁੱਲ ਚੁੱਕੇ। ਮਤਲਬ ਇੱਕ ਹੁੰਦਾ ਕਿ ਬੜੀ ਕੋਈ ਮੈਟਾਫਿਜ਼ੀਕਲ ਗੱਲ ਹੋਵੇ, ਬੜੀ ਸਪਿਰਿਚੁਅਲ ਗੱਲ ਹੋਵੇ ਜਿਹੜੀ ਸਾਨੂੰ ਸਮਝ ਨਾ ਆ ਰਹੀ। ਇਟਸ ਅ ਫਿਜ਼ੀਕਲ ਥਿੰਗ। ਮੈਂ ਆਪਣੀ ਮਾਂ ਤੋਂ ਨਿਕਲਿਆ, ਮੈਂ ਉਹਦੇ ਕੁੱਖ ਤੋਂ ਜੰਮਿਆ, ਉਹਨੇ ਮੇਰੀ ਕੇਅਰ ਕੀਤੀ ਹੈ। ਬਿਨਾਂ ਮਾਂ ਤੋਂ ਮੈਂ ਵੀ ਨਹੀਂ ਸੀ ਹੋ ਸਕਦਾ। ਮੈਨੂੰ ਕਈ ਬੜੀ ਹੈਰਾਨੀ ਹੁੰਦੀ ਜਦੋਂ ਇਹ ਨਾਰਾ ਲਾ ਕੇ ਆਉਂਦਾ ਵੀ ਔਰਤਾਂ ਨੂੰ ਬਰਾਬਰਤਾ ਬਖਸ਼ੋ। ਮੈਂ ਤਾਂ ਕਹਿੰਦਾ ਔਰਤਾਂ ਵੈਸੇ ਸਾਡੇ ਤੋਂ ਅੱਗੇ ਸੀਗੀਆਂ, ਬਰਾਬਰਤਾ ਇਹਦੇ ਥੱਲੇ ਲਿਆਏ ਉਹਨਾਂ। ਬਟ ਇਟ ਵਾਜ਼ ਵੈਰੀ ਸਮਾਰਟ ਵੇ ਟੂ ਡੂ ਇਟ। ਜਿਹੜਾ ਹੈ ਸਾਡੇ ਤੋਂ ਉੱਚਾ, ਜਿਹੜਾ ਹੈ ਸਾਡੇ ਤੋਂ ਬੈਟਰ ਹੈ, ਅੱਜ ਜੋ ਮਰਦ ਕਰਦਾ ਉਹ ਤਾਂ ਔਰਤ ਕਰ ਹੀ ਪਾ ਰਹੀ। ਉਹ ਵੀ ਆਪਣੇ ਉਡਾ ਪਾ ਰਹੀ ਹੈ, ਉਹ ਵੀ ਆਰਮੀ 'ਚ ਹੈਗੀ ਹੈ, ਉਹ ਵੀ ਵੱਡੇ ਤੋਂ ਵੱਡੇ ਕੰਮ ਕਰ ਪਾ ਰਹੀ। ਮਰਦ ਤਾਂ ਬੱਚਾ ਪੈਦਾ ਨਹੀਂ ਕਰ ਪਾ ਰਿਹਾ। ਪਰ ਅਸੀਂ ਕੀ ਕੀਤਾ, ਅਸੀਂ ਤਾਂ ਨਾਰੇ ਲਾਤੇ ਸੋਸਾਇਟੀ ਨੇ ਬੜੀ ਸਮਾਰਟਲੀ ਕਿ ਔਰਤ ਨੂੰ ਬਰਾਬਰ ਲਿਆ, ਜਿਹੜੀ ਵੈਸੇ ਉੱਚੀ ਸੀ ਸਾਡੇ ਤੋਂ। ਜਿਹਦੇ ਕੋਲ ਇਮੋਸ਼ਨਲ ਵੈਲਿਊਜ਼ ਇੰਨੀ ਹਾਈ ਸੀਗੀਆਂ, ਜਿਹਦੇ ਕੋਲ ਇੰਨੀ ਜ਼ਬਰਦਸਤ ਨਰਚਰਿੰਗ ਵੈਲਿਊ ਸੀਗੀਆਂ, ਅੱਜ ਮੇਰੇ ਕੋਲ ਬੱਚੇ, ਮੇਰੀ ਵੋਟੀ 10 ਮਿੰਟ ਲਈ ਛੱਡ ਜਾਏ ਮੈਂ ਪਰੇਸ਼ਾਨ ਹੋ ਜਾਂਦਾ। ਮੇਰੇ ਕੋਲ ਕੋਈ ਵੈਲਿਊ ਹੀ ਨਹੀਂ ਹੈਗੀ ਲਾਈਫ ਦੀ। ਬਟ ਆਈ ਸਟਾਰਟਡ ਦਿਸ ਡਿਸਕਸ਼ਨ ਕਿ ਔਰਤ ਨੂੰ ਬਰਾਬਰ ਲਿਆ। ਪਰ ਔਰਤ ਤਾਂ ਪਹਿਲੇ ਸਾਡੇ ਤੋਂ ਬੈਟਰ ਬੈਠੀ ਸੀਗੀ। ਸਭ ਤੋਂ ਵੱਡੀ ਹੋਰ ਉਸ ਤੋਂ ਵੱਡੀ ਪ੍ਰੋਬਲਮ ਮੈਨੂੰ ਕੀ ਲੱਗਦੀ ਕਿ ਅਸੀਂ ਉਸ ਧਰਤੀ 'ਚੋਂ ਆਏ ਜਿੱਥੋਂ ਕਦੀ ਗੁਰੂ ਨਾਨਕ ਆਏ, ਕਬੀਰ ਸਾਹਿਬ ਆਏ, ਨੌਵੇਂ ਪਾਤਸ਼ਾਹ ਆਏ। ਉਹ ਦੁਨੀਆ ਨੂੰ ਸੁਨੇਹਾ ਦੇਣਗੇ। ਉਹਨਾਂ ਨੇ ਚਾਰ ਉਦਾਸੀਆਂ ਕਰਨੀਆਂ ਨਾਨਕ ਸਾਹਿਬ ਨੇ, ਇਹ ਸੁਨੇਹਾ ਦੇਣਗੇ ਜੋਤ ਦਾ। ਉਹ ਮਿਡਲ ਈਸਟ ਤੱਕ ਗਏ, ਉਹ ਅਸਾਮ ਤੱਕ ਗਏ, ਸ਼੍ਰੀਲੰਕਾ ਤੱਕ ਗਏ, ਉੱਪਰ ਲੇਹ ਲਦਾਖ ਤੱਕ ਗਏ, ਇਸ ਗੱਲ ਨੂੰ ਸਮਝਾਉਣਗੇ। ਨੌਵੇਂ ਪਾਤਸ਼ਾਹ ਜਿਨ੍ਹਾਂ ਦਾ 400 ਸਾਲਾ ਹੁਣੇ ਮਨਾਇਆ, ਉਹ ਅਸਾਮ ਤੱਕ ਗਏ, ਉਹਨਾਂ ਨੇ ਕਿੰਨੇ ਸਾਲ ਪੈਦਲ ਯਾਤਰਾ ਕੀਤੀ। ਅਸੀਂ ਉਸ ਧਰਤੀ ਤੋਂ ਆ ਕੇ, ਜਿਸ ਧਰਤੀ ਤੋਂ ਇਹ ਸੁਨੇਹੇ ਬਾਹਰ ਜਾਂਦੇ ਸੀਗੇ, ਅੱਜ ਸਾਨੂੰ ਮੂਵੀ ਬਣਾਉਣੀ ਪੈ ਰਹੀ। ਕਿੰਨੀ ਤਗੜੀ ਡਿਵੀਏਸ਼ਨ ਆ ਗਈ ਸਾਡੇ ਮੋਰਲ ਕੰਪਸ ਦੇ ਵਿੱਚ। ਅਸੀਂ ਦੂਜਿਆਂ ਨੂੰ ਕੀ ਸਮਝਾਉਣਾ ਸੀ, ਅਸੀਂ ਆਪਣਾ ਘਰ ਹੀ ਨਹੀਂ ਸਾਂਭ ਪਾਏ ਜਸਟ ਬਿਕੋਜ਼ ਅਸੀਂ ਆਪਣੀ ਵੈਲਿਊਜ਼ ਉੱਤੇ ਵਿਸ਼ਵਾਸ ਨਹੀਂ ਕੀਤਾ ਔਰ ਅਸੀਂ ਦੱਸ ਹੀ ਨਹੀਂ ਪਾਏ, ਦੁਨੀਆ ਨੂੰ ਨਹੀਂ ਦੱਸ ਪਾਏ। ਅਸੀਂ ਉਹਨਾਂ ਦੇ ਕੈਪੀਟਲਿਜ਼ਮ ਦੇ ਫਾਰਮੂਲੇ ਅਪਣਾ ਲਏ, ਅਸੀਂ ਇਹ ਦੱਸ ਪਏ ਕਿ ਸਾਡੇ ਕੋਲ ਕੀ ਸੀਗਾ। ਮੈਨੂੰ ਪਰਸਨਲੀ ਹਮੇਸ਼ਾ ਐਵੇਂ ਲੱਗਦਾ, ਜਿੱਦਾਂ ਬੀਤੀ ਨੇ ਟੈਕਨੋਲੋਜੀ ਦੀ ਗੱਲ ਕੀਤੀ, ਜਿੱਥੇ ਜਿਹੜੀ ਮੈਡੀਕਲ ਟੈਕਨੋਲੋਜੀਜ਼ ਆ ਰਹੀਆਂ ਨੇ, ਮੈਨੂੰ ਲੱਗਦਾ ਕਿ ਸਾਨੂੰ ਤਾਂ ਉਹਦੇ ਫਰੇਮਵਰਕ, ਉਹਦੇ ਐਥੀਕਲ ਮੈਥਡੋਲੋਜੀਜ਼ ਫਰੇਮਵਰਕ ਡਿਵੈਲਪ ਕਰਨਾ ਚਾਹੀਦਾ। ਦੁਨੀਆ ਨੂੰ ਦੱਸਣਾ ਚਾਹੀਦਾ ਸੀ ਕਿ ਇਹ ਟੈਕਨੋਲੋਜੀ ਨੂੰ ਐਥੀਕਲੀ ਕਿਵੇਂ ਯੂਜ਼ ਕਰਨਾ। ਕਿਉਂਕਿ ਹੁਣ ਪ੍ਰੋਬਲਮ ਕੀ ਆ ਰਹੀ ਹੈ ਸਾਡੇ ਸਾਹਮਣੇ, ਜਾਂ ਆਏਗੀ ਅੱਜ ਬਲੀ ਵੀ ਪਹਿਲਾਂ ਟੈਕਨੋਲੋਜੀ ਨਹੀਂ ਸੀ ਤਾਂ ਅਸੀਂ ਟੈਕਨੋਲੋਜੀ ਦੀ ਘਾਟ ਕਰਕੇ ਅਸੀਂ ਕੁੜੀ ਨੂੰ ਜੰਮਣ ਦਿੰਦੇ ਸੀਗੇ, ਜੰਮਣ ਤੋਂ ਬਾਅਦ ਮਾਰਦੇ ਸੀ। ਹੁਣ ਟੈਕਨੋਲੋਜੀ ਆ ਗਈ ਤਾਂ ਢਿੱਡ ਦੇ ਵਿੱਚ ਹੀ ਡਿਟੈਕਟ ਕਰਾ ਕੇ ਉੱਥੇ ਖਤਮ ਕਰ ਦਿੱਤੀ। ਜੋ ਮੈਨੂੰ ਸਮਝ ਆਉਂਦੀ ਹੈ, ਨੋਟ ਮੈਡੀਕਲ ਸਟੂਡੈਂਟ, ਪਰ ਮੈਨੂੰ ਜੋ ਸਮਝ ਆਉਂਦੀ ਹੈ ਟੈਕਨੋਲੋਜੀ ਹੁਣ ਉਹ ਆ ਰਹੀ ਹੈ ਜਿੱਥੇ ਅਸੀਂ ਬੱਚੇ ਦਾ ਜੈਂਡਰ ਪਹਿਲੇ ਡਿਸਾਈਡ ਕਰ ਸਕਦੇ।
ਉਹ ਪਹਿਲੇ ਕਹਿ ਦੇਣਗੇ ਤੁਹਾਨੂੰ ਕੁੜੀ ਚਾਹੀਦੀ। ਨਾਓ ਆਈ ਐਮ ਮੋਰਲੀ ਓਕੇ, ਮੈਂ ਤਾਂ ਕਿਸੇ ਦੀ ਹੱਤਿਆ ਹੀ ਨਹੀਂ ਕੀਤੀ। ਮੈਂ ਤਾਂ ਪਹਿਲੇ ਕਹਿੰਦਾ ਮੈਨੂੰ ਮੁੰਡਾ ਚਾਹੀਦਾ, ਉਹਨਾਂ ਨੇ ਪਹਿਲੇ ਹੀ ਜੋ ਵੀ ਕਰਨਾ ਸੀ ਮੈਡੀਕਲੀ ਕਰਕੇ, which is actually a bigger issue we are not able to understand। ਜਿਹੜੇ ਐਥੀਕਲ ਪਰਸਪੈਕਟਿਵ ਤੋਂ ਮੇਰੀ ਨੀਅਤ ਦੇ ਵਿੱਚ ਪ੍ਰੋਬਲਮ ਹੈਗੀ, ਉਹ ਮੈਂ ਭਾਵੇਂ ਫਿਜ਼ੀਕਲੀ ਨਹੀਂ ਮਾਰ ਰਿਹਾ, ਬਟ ਆਈ ਐਮ ਇਕੁਅਲੀ ਡੂਇੰਗ ਦ ਸੇਮ ਇਸ਼ੂ। ਮੈਂ ਉਹ ਐਗਜ਼ੈਕਟਲੀ ਸੇਮ ਇਸ਼ੂ ਕ੍ਰੀਏਟ ਕਰ ਰਿਹਾ ਉੱਥੇ। ਜੋ ਕ੍ਰਾਈਮ ਮੇਰਾ ਪਹਿਲੇ ਸੀ ਉਹੀ ਕ੍ਰਾਈਮ ਹੁਣ ਰਹੇਗਾ, ਕਿਉਂਕਿ ਮੇਰੀ ਨੀਅਤ ਦੇ ਵਿੱਚ ਖੋਟ ਹੈ, ਮੇਰਾ ਦਿਲ ਜਿਹੜਾ ਉਹ ਸਾਬਤ ਨਹੀਂ। ਜੇ ਮੇਰੇ ਦਿਲ ਦੇ ਵਿੱਚ ਪ੍ਰੋਬਲਮ ਹੈਗੀ ਹੈ, ਮੇਰੀ ਨੀਅਤ ਵਿੱਚ ਪ੍ਰੋਬਲਮ ਹੈਗੀ ਹੈ, ਉਹ ਭਾਵੇਂ ਮੈਂ ਸਟੈਪ 1 ਤੋਂ ਸ਼ੁਰੂ ਕਰਨਾ, ਭਾਵੇਂ ਸਟੈਪ 10 ਤੇ ਚਲਾ ਜਾਵਾਂ, ਮੇਰੀ ਨੀਅਤ ਪ੍ਰੋਬਲਮ ਹੈਗੀ। ਉਹ ਜਿਹੜੀ ਮੋਰੈਲਿਟੀ ਹੈ, ਜਿਹੜੇ ਐਥਿਕਸ ਨੇ, ਉਹ ਦਿਲ ਦੇ ਉੱਤੇ ਖੜੇ ਹੋਏ ਨੇ। ਹੁਣ ਤਾਂ ਅਕਸਰ ਮੈਂ ਕਹਿੰਦਾ ਵਿੱਚ ਵੈਸਟਰਨ ਵਰਲਡ ਦੇ ਵਿੱਚ ਉਹਨਾਂ ਨੇ ਵੀ ਇਹਨੂੰ ਜਿਹੜਾ ਉਹ ਇੰਟੈਂਟ ਨੂੰ ਪ੍ਰੋਬਲਮ ਕਰਨਾ ਸ਼ੁਰੂ ਕਰਤਾ। ਜਿਹੜਾ ਬੰਦਾ ਟੈਰਰਿਸਟ ਅਟੈਕ ਪਲਾਨ ਕਰ ਰਿਹਾ ਉਹਨੂੰ ਅੰਦਰ ਕਰ ਦਿੰਦੇ ਨੇ, ਕੀਤਾ ਤਾਂ ਉਹਨੇ ਕੁਝ ਵੀ ਨਹੀਂ ਹੁੰਦਾ ਜੀ। ਹੁਣ ਤਾਂ ਇਹਨਾਂ ਨੂੰ ਸਮਝ ਆਣਗੀ, ਸਾਨੂੰ ਤਾਂ 500 ਸਾਲ ਪਹਿਲੇ ਸਮਝਾਤਾ ਸੀ ਕਿ ਇੰਟੈਂਟ ਦੀ ਪ੍ਰੋਬਲਮ ਹੈ, ਫਿਜ਼ੀਕਲ ਐਕਸ਼ਨ ਦੀ ਪ੍ਰੋਬਲਮ ਨਹੀਂ ਹੈਗੀ। ਉਹ ਤਾਂ ਸੈਕੰਡਰੀ ਹੈ। ਮੇਰੇ ਇੰਟੈਂਟ ਤੋਂ ਜੇਕਰ 10 ਪ੍ਰੋਬਲਮ ਪਾਪ ਕ੍ਰੀਏਟ ਹੋ ਰਹੇ ਨੇ, ਦੱਸੋ ਦਾ ਜ਼ਿੰਮੇਦਾਰ ਮੈਂ, ਭਾਵੇਂ ਐਕਸ਼ਨ ਮੈਂ ਕਿੱਦਾਂ ਕਰ ਪਾ ਰਿਹਾ। ਹੁਣ ਇੱਧਰ ਦੀ ਵਰਲਡ ਵੀ ਇਹ ਮੰਨਣਾ ਸ਼ੁਰੂ ਹੋ ਗਿਆ, ਕਹਿੰਦਾ ਇਹ ਪਲੈਨਿੰਗ ਕਰ ਰਿਹਾ, ਇਹਨੂੰ ਅੰਦਰ ਕਰ ਦੋ, ਇਹ ਟੈਰਰਿਸਟ ਅਟੈਕ ਦੀ ਪਲਾਨ ਕਰ ਰਿਹਾ ਸੀ, ਕੀਤਾ ਤਾਂ ਸੀ ਕਿ ਉਹਨੇ। ਇਹ ਜਿਹੜਾ ਸੀਗਾ ਸਭ ਤੋਂ ਵੱਡੀ ਜਿਹੜੀ ਉਸ ਤੋਂ ਉੱਪਰ ਦੀ ਗੱਲ ਲੱਗੀ ਮੈਨੂੰ, ਕਿ ਜਿੱਦਾਂ ਇੱਕ ਔਰਤ ਜ਼ਿੰਮੇਦਾਰ ਹੈ ਸੋਸਾਇਟੀ ਨੂੰ ਅੱਗੇ ਚਲਾਉਣ ਦੀ, ਅਗਲੀ ਜਨਰੇਸ਼ਨ ਨੂੰ ਅੱਗੇ ਚਲਾਉਣ ਦੀ, ਉਹਨੂੰ ਸਮਝਾਉਣ ਦੀ। ਜਿਹੜੀ ਮੇਰੇ ਕੋਲ ਸਪਿਰਿਚੁਅਲ ਵੈਲਿਊਜ਼ ਅੱਜ ਤੋਂ 500 ਸਾਲ ਪਹਿਲੇ ਦਿੱਤੀਆਂ ਗਈਆਂ, ਉਹ 'ਚ ਕਿਹਾ ਗਿਆ ਕਿ ਮਾਤਾ ਮਤ ਪਿਤਾ ਸੰਤ। ਅਗਰ ਮੈਨੂੰ ਆਪਣੀ ਅਗਲੀ ਜਨਰੇਸ਼ਨ ਚਲਾਉਣੀ ਹੈ ਤਾਂ ਮੇਰੇ ਲਈ ਵਿਜ਼ਡਮ ਹੀ ਮੇਰੀ ਮਦਰ ਹੈਗੀ ਹੈ, ਤੇ ਕੰਟੈਂਟਮੈਂਟ ਮੇਰਾ ਫਾਦਰ ਹੈ। ਤੇ ਸੈਡਲੀ ਮੈਂ ਦੋਨੋਂ ਨੂੰ ਹੀ ਮਾਰਦਾ। ਮੈਂ ਵਿਜ਼ਡਮ ਨੂੰ ਵੀ ਮਾਰ ਬੈਠਾ ਤੇ ਕੰਟੈਂਟਮੈਂਟ ਨੂੰ ਵੀ ਮਾਰਦਾ। ਸੰਤੋਖ ਰਹੇ ਨਹੀਂ ਸਾਡੇ ਜੀਵਨ 'ਚ, ਕਿਉਂਕਿ ਔਰਤ ਨੂੰ ਅਸੀਂ ਇੱਕ ਲਾਇਬਿਲਿਟੀ ਬਣਾ ਲਿਆ। ਇੰਟੀਰੀਅਰ ਸੈਂਸ ਮੈਂ ਔਫਨ ਨਹੀਂ ਜਾਣਾ, ਮੈਂ ਔਫਨ ਹੈਗਾ ਇੰਟੀਰੀਅਰ ਸੈਂਸ। ਮੈਂ ਨਾਲ ਚੱਲ, ਕਿਉਂਕਿ ਮੈਂ ਦੋਨੋਂ ਨੂੰ ਹੀ ਲੈ ਕੇ ਚੱਲ ਰਿਹਾ ਨਾਲ, ਕਿਉਂਕਿ ਮੇਰਾ ਜਿਹੜਾ ਪਰਸਪੈਕਟਿਵ ਸਰੀਰ ਤੇ ਖੜਾ, ਮੇਰੇ ਫਿਜ਼ੀਕਲ ਮਾਤਾ ਪਿਤਾ ਹੈਗੇ ਨੇ, ਮੈਂ ਲੈ ਰਿਹਾ ਸਭ ਕੁਝ ਠੀਕ ਹੈ। ਪਰ ਜਦੋਂ ਵਾਪਸ ਆਪਣੇ ਵਿਰਸੇ ਵੱਲ ਜਾਵਾਂਗੇ ਤਾਂ ਉੱਥੇ ਗੱਲ ਬਿਲਕੁਲ ਹੀ ਕਲੀਅਰ ਲਿਖੀ ਹੋਈ, ਉਹ 'ਚ ਕੋਈ ਲੁਕੋ ਛੁਪੋ ਨਹੀਂ ਕੀਤਾ ਉਹਨਾਂ ਨੇ। ਜਿਸ ਵਿਰਸੇ ਦੀ, ਜਿਸ ਕਲਚਰ ਦੀ ਵਿਜ਼ਡਮ, ਬੁੱਧੀ, ਮਦਦ ਨਹੀਂ ਰਹਿੰਦੀ, ਜਿਹਦੇ ਕੋਲ ਕੰਟੈਂਟਮੈਂਟ ਨਹੀਂ ਰਹਿੰਦੀ, ਉਹ ਕਲਚਰ ਖਤਮ ਹੋ ਜਾਂਦਾ। ਹੁਣ ਜਿਸ ਕਲਚਰ ਦੇ ਵਿੱਚ ਦੋਨੋਂ ਨਹੀਂ ਰਹਿ ਜਾਂਦੇ ਨਾ, ਆਈ ਬਿਲੀਵ ਕਿ ਉੱਥੇ ਜਿਹੜੀ ਹੈ ਰੂਨਤ ਹੈ, ਜਿਹੜੀ ਉਹ ਐਂਡ ਰਿਜ਼ਲਟ ਹੋਈ ਜਾਂਦਾ। ਇਹ ਜਿਹੜੀ ਕੋਈ ਗੱਲ ਹੈਗੀ ਹੈ, ਇਹ ਕੋਈ ਲੁਕੋ ਛੁਪੋ ਨਹੀਂ। ਉਹਨਾਂ ਨੇ ਵੀ ਕਹਿਤਾ ਵੀ ਬੀਜੇ ਬਿਖ ਮੰਗੇ ਅੰਮ੍ਰਿਤ, ਵੀ ਨਿੰਬੂ ਦਾ ਬੀਜ ਪਾਵਾਂਗੇ ਤਾਂ ਅੰਬ ਨਹੀਂ ਉੱਗਣ ਲੱਗੇ। ਜੇ ਔਰਤ ਨੂੰ ਅੱਜ ਖਤਮ ਕਰਾਂਗੇ ਤਾਂ 30 ਸਾਲ ਬਾਅਦ ਸਾਡੀ ਸੋਸਾਇਟੀ ਦਾ ਵੀ ਸੱਤਿਆਨਾਸ਼ ਹੋਏਗਾ ਹੀ ਹੋਏਗਾ, ਕਿਉਂਕਿ ਅਸੀਂ ਇਹਨਾਂ ਦੋਨੋਂ ਚੀਜ਼ਾਂ ਤੋਂ ਮੁਨਕਰ ਗਏ। ਸੋ ਜੋ ਮੇਰੇ ਲਈ ਪਰਸਨਲੀ ਟੇਕ ਅਵੇ ਸੀਗਾ, ਜੋ ਮੈਂ ਇਹ ਕੀਤਾ, ਮੈਂ ਅਗੇਨ ਆਈ ਐਮ ਨਾਟ ਅ ਸਪੈਸ਼ਲਿਸਟ ਔਨ ਫੀਮੇਲ ਇਨਫੈਂਟੀਸਾਈਡ। ਜਿਹੜਾ ਮੇਰਾ ਪਰਸਨਲ ਪਰਸਪੈਕਟਿਵ ਹੁੰਦਾ ਚੀਜ਼ਾਂ 'ਤੇ, ਉਹ ਬੜਾ ਗੁਰਬਾਣੀ ਡਰਿਵਨ ਹੁੰਦਾ। ਜਦ ਵੀ ਮੇਰੇ ਅੰਦਰ, ਮੇਰੇ ਮਨ ਦੇ ਲੈਵਲ ਦੇ ਉੱਤੇ ਮੇਰਾ ਸਪਿਰਿਚੁਅਲ ਕੰਪਾਸ ਹਿੱਲਦਾ ਹੈ, ਤੇ ਉਹਦਾ ਫਿਜ਼ੀਕਲ ਵਰਲਡ 'ਤੇ ਇੰਪੈਕਟ ਹੁੰਦਾ ਹੀ ਹੁੰਦਾ। ਭਾਵੇਂ ਸਪਿਰਿਚੁਅਲ ਕੰਪਾਸ ਪੋਜ਼ੀਟਿਵਲੀ ਹਿੱਲੇ, ਭਾਵੇਂ ਨੈਗੇਟਿਵਲੀ ਹਿੱਲੇ। ਪਰ ਜਦੋਂ ਪੂਰੀ ਸੋਸਾਇਟੀ ਦੇ ਤੌਰ 'ਤੇ ਹਿੱਲਣਾ ਸ਼ੁਰੂ ਹੋ ਜਾਂਦਾ, ਤੇ ਪੂਰੀ ਸੋਸਾਇਟੀ ਉਹਨੂੰ ਅਗਰ ਨੈਗੇਟਿਵ ਤੌਰ 'ਤੇ ਲੈਣਾ ਸ਼ੁਰੂ ਕਰ ਦੇ, ਉਹ ਸੋਸਾਇਟੀ ਕਿਹੜੇ ਪਾਸੇ ਜਾਂਦੀ ਅਸੀਂ ਆਪ ਹੀ ਸੋਚ ਸਕਦੇ ਹਾਂ। ਸੋ ਇੰਨਾ ਕਹਿੰਦਾ ਹੋਇਆ, ਆਈ ਐਮ ਰੀਅਲੀ ਥੈਂਕਫੁਲ। ਥੈਂਕ ਯੂ ਭਾਈ ਦਾ, ਜਿਨ੍ਹਾਂ ਨੇ ਮੌਕਾ ਬਖਸ਼ਿਆ, ਤੇ ਥੈਂਕ ਯੂ ਤੁਹਾਡੇ ਸਾਰਿਆਂ ਦਾ ਇਹ ਸੁਣਿਆ। ਥੈਂਕ ਯੂ।